ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਖੱਟੀਆਂ ਮਿੱਠੀਆਂ ਕੁਝ ਪਾਏਦਾਰ ਗੱਲਾਂ ਲੈ ਕੇ ਹਾਜ਼ਰ ਨੇ ਜੌਲ ਸਾਹਿਬ। ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ। ਜੌਲ ਸਾਹਿਬ, ਅ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਜੀ ਥੈਂਕ ਯੂ ਸੋ ਮਚ ਅਰਸ਼, ਆਪਣੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਜੀ ਆਇਆਂ ਜੀ। ਇੱਕ ਨਵਾਂ ਹਫਤਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ, ਸੋ ਆਓ ਫਿਰ ਕੁਛ ਇੱਕ ਨਿਊਜ਼ ਵਿਊਜ਼ ਤੇ ਗੱਲਾਂ ਬਾਤਾਂ ਜੌਲ ਸਾਹਿਬ ਤੇ ਮੈਂ ਲੈ ਕੇ ਹਾਜ਼ਰ ਹਾਂ। ਜੌਲ ਸਾਹਿਬ, ਆਓ ਫਿਰ ਗੱਲਬਾਤ ਕਰੀਏ ਵੀਜ਼as ਦੀ, ਜੋ ਭਾਰਤ ਜਾਣ ਵਾਲੇ ਜਿਨ੍ਹਾਂ ਨੇ ਵੀ ਲੌਂਗ ਟਰਮ ਵੀਜ਼ਾ ਜਿਹੜੇ 5 ਤੋਂ 10 ਸਾਲਾਂ ਦੇ ਲਾਏ ਸੀ, ਜਾਂ ਵੀਜ਼ਾਜ਼ ਜਿਹੜੇ ਆਪਾਂ ਔਨ ਦਾ ਸਪੌਟ ਜਿਹੜੇ ਵੀਜ਼ਾਜ਼ ਇਲੈਕਟ੍ਰੋਨਿਕ ਵੀਜ਼ਾ ਜਿਹਨੂੰ ਕਹਿੰਦੇ ਆ ਲੋਕ ਲਾਉਂਦੇ ਹੁੰਦੇ ਸੀ, ਹਾਲੇ ਤੱਕ ਉਹਦਾ ਨੇੜੇ ਤੇੜੇ ਕੋਈ ਵੀ ਇੱਦਾਂ ਦੀ ਗੱਲ ਨਹੀਂ ਚੱਲ ਰਹੀ ਕਿ ਉਹ ਵਾਪਸ ਆਉਣਗੇ ਹਾਲੇ, ਬਿਕਾਜ਼ ਕੁਛ ਇੱਕ ਦੋਨੋਂ ਕੰਟਰੀਜ਼ ਦੇ ਵਿੱਚ ਹਾਲੇ ਸਮਝੌਤਾ ਨਹੀਂ ਹੋਇਆ ਇਸ ਨੂੰ ਲੈ ਕੇ। ਸਿਰਫ 30 ਡੇਜ਼ ਦਾ ਜੋ ਵਿਜ਼ਟਰ ਵੀਜ਼ਾ ਹੈ ਉਹੀ ਲੱਗ ਰਿਹਾ ਜੀ। ਦੇਖੋ ਅਰਸ਼ਦ, ਇਹ ਟੂਰਿਸਟ ਵੀਜ਼ਾ ਜਿਹੜਾ ਉਹਦੇ ਵਿੱਚ ਰੁਕਾਵਟਾਂ ਹੈਗੀਆਂ ਜਾਂ ਕੋਵਿਡ ਕਰਕੇ ਵੀ ਉਹ ਮੈਕਸੀਮਮ 30 ਡੇਜ਼ ਦਾ ਹੋ ਸਕਦਾ, ਪਰ ਜਿਹੜਾ ਜਾਨੀ ਐਂਟਰੀ ਵੀਜ਼ਾ ਦਿੱਤਾ ਜਾਂਦਾ ਅਪਲਾਈ ਕਰਨ ਤੇ ਉਹ ਫਿਰ ਵੀ 6 ਮਹੀਨਿਆਂ ਦਾ ਮਿਲ ਜਾਂਦਾ। ਪਰ ਇਹ ਕੋਵਿਡ ਤੋਂ ਪਹਿਲਾਂ ਦੀ ਜਿਹੜੀ ਸਿਚੁਏਸ਼ਨ ਸੀਗੀ ਉਹਦੇ ਵਿੱਚ ਇਹ ਸੀ ਵੀ ਆਰਾਮ ਨਾਲ 5 ਸਾਲ ਦੇ ਵੀ ਜਿਹੜੇ ਜੀ ਪੀ ਵੈਲਿਡ ਵੀਜ਼ਾਜ਼ ਘਰੇ ਬੈਠਿਆਂ ਕੰਪਿਊਟਰ ਤੋਂ ਪ੍ਰਿੰਟ ਕਰ ਲਏ ਜਾਂਦੇ ਸੀਗੇ। ਉਹ ਜਿਹੜੀ ਫੈਸਿਲਿਟੀ ਆ ਮੀਨਜ਼ ਕੋਵਿਡ ਦੇ ਵਿੱਚ ਜੇ ਸਸਪੈਂਡ ਹੋਈ ਤੇ ਪਰ ਉਹ ਇੰਡੀਅਨ ਗਵਰਨਮੈਂਟ ਨੇ ਬਹੁਤ ਸਾਰੇ ਕੰਟਰੀਜ਼ ਦੇ ਲਈ ਦੁਬਾਰਾ ਰੀਇਨਸਟੇਟ ਕਰ ਦਿੱਤੀ, ਪਰ ਕੈਨੇਡਾ ਨੂੰ ਉਹਦੇ ਵਿੱਚੋਂ ਕੱਢ ਦਿੱਤਾ। ਕੈਨੇਡਾ ਨੂੰ ਵੀ ਕੱਢ ਦਿੱਤਾ ਤੇ UK ਨੂੰ ਵੀ ਕੱਢ ਦਿੱਤਾ। ਇਹਦੇ ਨਾਲ ਹੀ ਜਾਨੀ ਜਿਹੜੇ ਹਜੇ 5 ਤੇ 10 ਸਾਲਾਂ ਦੇ ਇਸ਼ੂਡ ਵੀਜ਼ਾਜ਼ ਹੈਗੇ ਆ, ਭਾਵੇਂ ਉਹ ਪਾਸਪੋਰਟਾਂ 'ਚ ਵੈਲਿਡ ਦਿਸਦੇ ਆ ਜੀ, ਵੀ ਉਹ ਵੀ ਸਸਪੈਂਡ ਚੱਲ ਰਹੇ ਆ। ਪਰ ਜਿਸ ਤਰ੍ਹਾਂ ਦੇ ਜਾਨੀ ਇੰਡੀਕੇਸ਼ਨ ਇੰਡੀਆ ਤੋਂ ਮਿਲ ਰਹੇ ਆ ਹਾਲ ਦੀ ਘੜੀ, ਕਿਉਂਕਿ ਹੁਣ ਥੋੜ੍ਹਾ ਜਿਹਾ ਇਹ ਬੈਲੈਂਸ ਦੇਖਿਆ ਜਾਂਦਾ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਇੰਡੀਆ ਦੇ ਸਿਟੀਜ਼ਨਸ ਨੇ ਜਾਣਾ, ਉੱਥੇ ਉਹਨਾਂ ਦੇ ਨਾਲ ਟਰੀਟਮੈਂਟ ਜਿਹੜਾ ਜੀ ਪੀ ਵਿਜ਼ਟਰ ਦੇ ਤੌਰ ਤੇ ਕਿਸ ਤਰ੍ਹਾਂ ਕੀਤਾ ਜਾਂਦਾ ਵੀਜ਼ਾ ਇਸ਼ੂਐਂਸ ਰਜੀਮ ਨੂੰ ਲੈ ਕੇ, ਤੇ ਉਸ ਲਿਹਾਜ਼ ਨਾਲ ਹੀ ਜਿਹੜਾ ਜੀ ਪੀ ਉਹ ਆਪਣਾ ਜਿਹੜਾ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਮਤਲਬ ਦੇਣ ਦੀਆਂ ਟਰਮਸ ਦੀ ਐਡਜਸਟਮੈਂਟ ਚਾਹੁੰਦੇ ਆ। ਤਦ ਕਰਕੇ ਲੱਗ ਰਿਹਾ ਜੀ ਵੀ ਹੁਣ ਜਦੋਂ ਇਹ ਵੀਜ਼ਾ ਖੋਲਿਆ ਗਿਆ ਉਹਦੇ ਵਿੱਚ US ਸਿਟੀਜ਼ਨਸ ਵਾਸਤੇ ਖੋਲ ਦਿੱਤਾ, ਪਰ ਕੈਨੇਡੀਅਨਸ ਵਾਸਤੇ ਨਹੀਂ ਖੋਲਿਆ ਗਿਆ। ਸੋ ਉਹਦੇ ਵਿੱਚ ਰੀਜ਼ਨ ਜਿਹੜਾ ਜਾਣੀ ਸਮਝ ਆਉਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਇਹੀ ਆ ਵੀ ਕਿਉਂਕਿ ਕੈਨੇਡੀਅਨ ਗਵਰਨਮੈਂਟ ਜਿਸ ਤਰੀਕੇ ਦੇ ਨਾਲ ਇੰਡੀਅਨ ਸਿਟੀਜ਼ਨਸ ਨੂੰ ਵਿਜ਼ਟਰ ਵੀਜ਼ਾ ਦੇ ਸਿਲਸਿਲੇ ਦੇ ਵਿੱਚ ਵੱਡੇ ਬੈਕਲੌਗਸ ਦਾ ਸਾਹਮਣਾ ਕਰਨਾ ਪੈਂਦਾ ਅਪਲਾਈ ਕਰਨ ਤੇ, ਪਿੱਛੇ ਦੇਖਿਆ ਸੀ ਆਪਾਂ 6 8 ਮਹੀਨੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਗਈ, ਕੋਈ ਫਾਈਲ ਨਹੀਂ ਫਰੋਲੀ ਗਈ, ਤੇ ਬਾਅਦ ਦੇ ਵਿੱਚ ਜਾਣੀ ਕਿ ਵੀ ਹੁਣ ਨਵੇਂ ਸਿਰੇ ਤੋਂ ਅਪਲਾਈ ਕਰੋ। ਸੋ ਇਸ ਤਰੀਕੇ ਦੇ ਨਾਲ ਜਾਣੀ ਕਿ ਰੈਸੀਪ੍ਰੋਕੇਸੀ ਦੇਖੀ ਜਾਂਦੀ ਆ ਵੀ ਜੇ ਇੰਡੀਅਨ ਸਿਟੀਜ਼ਨਸ ਨੂੰ ਸੌਖੇ ਤਰੀਕੇ ਨਾਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਨਹੀਂ ਮਿਲ ਸਕਦਾ ਤੇ ਫਿਰ ਕੈਨੇਡੀਅਨਸ ਨੂੰ ਵੀ ਓਨਾ ਸੌਖਾ ਇੰਡੀਆ ਦਾ ਨਹੀਂ ਮਿਲਣਾ ਚਾਹੀਦਾ। ਕਿਤੇ ਨਾ ਕਿਤੇ ਜਿਹੜੀ ਸੋਚ ਹੈ ਕੰਮ ਕਰ ਰਹੀ ਆ, ਜਿਹਦੇ ਕਰਕੇ ਲੱਗ ਰਿਹਾ ਵੀ ਜਾਣੀ ਵੈਰੀ ਨੀਅਰ ਫਿਊਚਰ ਦੇ ਵਿੱਚ ਜਿਹੜਾ ਵੀ ਇੰਡੀਆ ਦਾ ਇਹ ਵੀਜ਼ਾ ਸਸਪੈਂਡ ਆ ਔਨਲਾਈਨ, ਤੇ 5 ਤੇ 10 ਸਾਲ ਦੇ ਜਾਣੀ ਵੀਜ਼ਾ ਜਿਹੜੇ ਇਹ ਸਸਪੈਂਡਡ ਆ, ਵੀ ਆਪਾਂ ਨੂੰ ਹੋਪ ਤਾਂ ਹੈ ਹੀ ਆ ਵੀ ਕੋਵਿਡ ਦੀ ਸਿਚੁਏਸ਼ਨ ਜਿਉਂ ਹੀ ਨੋਰਮਲ ਹੋਊਗੀ ਫਲਾਈਟਸ ਸਾਰੇ ਦੇਸ਼ਾਂ ਨੂੰ ਖੁੱਲ ਜਾਣਗੀਆਂ ਤੇ ਵੀਜ਼ਾਜ਼ ਵੀ ਜਿਹੜੇ ਜੀ ਪੀ ਇਹ ਰੀਇਨਸਟੇਟ ਹੋ ਜਾਣਗੇ ਜਿਹੜੇ ਲੱਗੇ ਹੋਏ ਆ ਵੈਲਿਡ ਪਾਸਪੋਰਟਸ ਦੇ ਵਿੱਚ। ਪਰ ਹਜੇ ਵੀ ਜਾਣੀ ਕਿ ਵੀ ਕੈਨੇਡਾ ਦਾ ਜਿਹੜਾ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਜਾਣੀ ਕਿ ਵੀ ਇੰਡੀਅਨਸ ਵਾਸਤੇ ਓਨਾ ਸੌਖਾ ਨਾ ਹੋਣ ਕਰਕੇ ਲੱਗ ਰਿਹਾ ਵੀ ਇੰਨੀ ਜਲਦੀ ਜਿਹੜਾ ਜੀ ਵੀ ਇੰਡੀਅਨ ਗਵਰਨਮੈਂਟ ਵੀ ਇਸ ਰੌਂ ਦੇ ਵਿੱਚ ਨਹੀਂ ਹੈ ਕਿ ਕੈਨੇਡੀਅਨ ਸਿਟੀਜ਼ਨਸ ਨੂੰ ਇੱਕਦਮ ਜਿਹੜਾ ਜੀ ਵੀ ਇੰਨਾ ਖੁੱਲ੍ਹੇ ਰਾਹ ਹੋਣੇ ਚਾਹੀਦੇ ਆ ਤੇ ਸਾਡੇ ਸਿਟੀਜ਼ਨਸ ਵਾਸਤੇ ਜਿਹੜਾ ਜੀ ਵੀ ਕੈਨੇਡੀਅਨ ਗਵਰਨਮੈਂਟ ਓਨੇ ਰਾਹ ਸੌਖੇ ਨਾ ਰੱਖੇ ਹੋਣ। ਭਾਵੇਂ ਕਿ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਦੇਖ ਰਹੇ ਹਾਂ ਕਿ ਤੜ ਸਾਰੇ ਦੇਸ਼ਾਂ ਦੇ ਮੁਕਾਬਲੇ ਕਿਸੇ ਵੀ ਇੱਥੇ ਇੰਟਰਨੈਸ਼ਨਲ ਹਵਾਈ ਅੱਡੇ ਤੇ ਜਾ ਕੇ ਦੇਖ ਲਓ, ਜਲੰਧਰ ਤੇ ਲੁਧਿਆਣਾ ਵਾਲੇ ਬੱਸ ਸਟੇਸ਼ਨ ਵਾਲਾ ਹੀ ਬੱਸ ਅੱਡੇ ਵਾਲਾ ਹੀ ਹਾਲ ਜਿਹੜਾ ਉਹ ਬਣਿਆ ਨਜ਼ਰ ਆਉਂਦਾ ਸੀਗਾ ਵੀ ਤੁਸੀਂ ਦੇਖੋ ਜਰਾ ਕਿ ਜਹਾਜ਼ਾਂ ਚੋਂ ਕਿੱਦਾਂ ਦੇ ਲੋਕ ਉਤਰ ਰਹੇ ਆ, ਹਨਾ ਜੀ। ਸੋ ਨਿਰਸੰਦੇਹ ਕੈਨੇਡੀਅਨ ਗਵਰਨਮੈਂਟ ਨੇ ਬਹੁਤ ਰਾਹ ਜਿਹੜੇ ਆ ਜੀ ਮੋਕਲੇ ਕੀਤੇ ਆ, ਖਾਸ ਤੌਰ ਤੇ ਇੰਡੀਆ ਨੂੰ ਜਿਹੜਾ ਉੱਥੇ ਐਮਬੈਸੀ ਜਾਂ ਕੌਂਸੂਲੇਟ ਤੇ ਇਹ ਠੱਪਾ ਲੱਗਦਾ ਸੀਗਾ ਵੀ ਇਹ ਤਾਂ ਵੀਜ਼ਾ ਰਿਵਿਊਜ਼ ਕਰਨ ਨੂੰ ਖੋਲੇ ਹੋਏ ਆ ਜੀ। ਪਰ ਉਹ ਪਿੱਛੇ ਜਦੋਂ ਨਵਦੀਪ ਸਿੰਘ ਬੈਂਸ ਵੀ ਮਿਨਿਸਟਰ ਸੀਗੇ, ਉਹਨਾਂ ਨਾਲ ਮੇਰੀ ਜਦੋਂ ਗੱਲ ਹੋ ਰਹੀ ਸੀ ਤੇ ਵੀ ਹੁਣ ਤੇ ਪਿੰਡ ਜਾਣੀ ਕਿ ਵੀ ਇੰਨਾ ਧੜ ਵੀਜ਼ਾ ਕੈਨੇਡਾ ਦਾ ਵੰਡ ਹੀ ਦਿੱਤਾ ਗਿਆ, ਕਹਿ ਲਓ ਵੀ ਖੁੱਲ੍ਹਾ ਹੀ, ਉਹ ਵੀ 10 ਸਾਲ ਦਾ
ਵੀ ਕਿਤੇ ਪਿੰਡ 'ਚ ਹੁਣ ਢੋਲ ਵਜਾ ਕੇ ਸ਼ਾਇਦ ਮੁਨਿਆਦੀ ਕਰਾਉਣ ਦਾ ਹੀ ਲੋੜ ਬਾਕੀ ਰਹਿ ਗਈ ਵੀ ਕੋਈ ਰਹਿ ਤਾਂ ਨਹੀਂ ਗਏ, ਉਹ ਵੀ ਲਵਾ ਲਓ। ਹਾਂਜੀ, ਸੋ ਇਸ ਕਰਕੇ ਘਰ ਘਰ ਜਿਹੜੇ ਵੀਜ਼ੇ ਕੈਨੇਡੀਅਨ ਗਵਰਨਮੈਂਟ ਨੇ ਪਿੱਛੇ ਵੰਡੇ ਆ, ਇੱਥੇ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਪੱਕੇ ਤੌਰ ਤੇ ਲੋਕ ਆ ਉਸ ਪਾਲਿਸੀ ਤੋਂ ਨਾਰਾਜ਼ ਵੀ ਹੋਏ ਵੀ ਕੈਨੇਡਾ ਦੇ ਵੀਜ਼ਾ ਦੀ ਕਦਰ ਘਟਾਤੀ ਆ ਜੀ। ਪਰ ਇਹੀ ਕੈਨੇਡੀਅਨ ਗਵਰਨਮੈਂਟ ਜਦੋਂ ਵੀਜ਼ਾ ਨਹੀਂ ਸੀ ਦਿੰਦੀ ਉਦੋਂ ਕਹਿੰਦੇ ਸੀ ਲੋ ਜੀ ਦਿੰਦੇ ਨਹੀਂ ਹੈ। ਪਰ ਲੋਕਾਂ ਦੀ ਅਜੇ ਵੀ ਇੱਥੇ ਸ਼ਿਕਾਇਤ ਆ ਵੀ ਅਸੀਂ ਜਿਹੜੇ ਇੱਥੇ ਟੈਕਸ ਪੇਅਰਸ ਪੁਰਾਣੇ ਲੋਕ ਰਹਿੰਦੇ ਆ ਉਹਨਾਂ ਦੇ ਪੇਰੈਂਟਸ ਨੂੰ ਆਉਣ ਨਹੀਂ ਦਿੰਦੇ, ਤੇ ਬਾਕੀ ਜਿਹੜੇ ਹੋਰ ਟੈਂਪਰੇਰੀ ਸਟੇਟਸ ਵਾਲੀਆਂ ਕੈਟਾਗਰੀਜ਼ ਦੇ ਵਿੱਚ ਲੋਕ ਆ ਰਹੇ ਆ ਵੀ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਜਲਦੀ ਆ ਜਾਂਦੇ ਆ। ਉਸ ਦੇ ਵਿੱਚ ਲੇਕਿਨ ਕਿ ਥੋੜਾ ਜਿਹਾ ਹਿਊਮੈਨੀਟੇਰੀਅਨ ਕੰਪੈਸ਼ਨੇਟ ਗਰਾਊਂਡ ਅਦਰਵਾਈਜ਼ ਕੰਮ ਕਰਦਾ। ਸੋ ਲੇਕਿਨ ਕਿ ਵੀ ਕੁੱਲ ਮਿਲਾ ਕੇ ਜਾਣੀ ਕਿ ਇਹ ਵਿਜ਼ਿਟਰ ਤੇ ਈ ਵੀਜ਼ਾ ਦੀ ਜਿਹੜੀ ਪਾਲਿਸੀ ਕੈਨੇਡਾ ਵੱਲੋਂ ਇੰਡੀਅਨਸ ਦੇ ਉੱਤੇ ਇੰਪੋਜ਼ ਕੀਤੀ ਗਈ ਹੈ ਪਿਛਲੇ ਕੋਵਿਡ ਦੇ ਸਮੇਂ ਦੇ ਦੌਰਾਨ, ਉਹਦੇ ਵਿੱਚੋਂ ਲੱਗ ਰਿਹਾ ਜੀ ਇੰਡੀਅਨ ਗਵਰਨਮੈਂਟ ਜਿਹੜੀ ਆ ਹਜੇ ਦੁਬਾਰਾ ਈ ਵੀਜ਼ਾ ਵਗੈਰਾ ਜਿਹੜਾ ਖੋਲ੍ਹਣ ਦੇ ਲਈ ਕੈਨੇਡੀਅਨਸ ਵਾਸਤੇ ਇਹ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਦੀ ਤਰੀਕੇ ਤੇ ਜਿਹੜਾ ਉਹ ਚੱਲ ਰਹੇ ਨੇ। ਬਹੁਤ ਨੀਅਰ ਫਿਊਚਰ ਦੇ ਵਿੱਚ ਯਾਨੀ ਇੰਨੀ ਜਲਦੀ ਲੱਗ ਨਹੀਂ ਰਿਹਾ ਵੀ ਇਹ ਕੈਨੇਡੀਅਨਸ ਵਾਸਤੇ ਇੰਡੀਆ ਦੇ ਦਰਵਾਜ਼ੇ ਜਿਹੜੇ ਆ ਵੀਜ਼ਾ ਪੱਖੋਂ ਪਹਿਲਾਂ ਬੜੇ ਮੌਕੇ ਖੁੱਲ੍ਹੇ ਸਕੇ ਵੀ ਉਹ ਇੱਕਦਮ ਫੇਰ ਸਪਾਟ ਜਿਹੜੇ ਖੁੱਲ੍ਹ ਜਾਣਗੇ। ਹੋ ਸਕਦਾ ਥੋੜਾ ਜ਼ਿਆਦਾ ਇੰਤਜ਼ਾਰ ਕਰਨਾ ਪਵੇ। ਨਾਲ ਕਾਲਰ ਨੇ ਜੀ, ਅਸੀਂ ਲੈਂਦੇ ਹਾਂ ਪਹਿਲੀ ਕਾਲ ਆਨ ਦੀ ਏਅਰ ਤੇ ਕਾਲਰਸ ਨੂੰ ਬੇਨਤੀ ਕਿ ਸਵਾਲ ਛੋਟਾ ਹੋਵੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਰਸ਼ਮਾ ਤਾਂ ਇੰਨਾ ਹੀ ਪੁੱਛਿਆ, ਕਿਸੇ ਕਿਸੇ ਦਿਨ ਆਉਂਦੀਆਂ ਨੇ ਖਬਰਾਂ ਆਪਣੇ ਜੋਹਲ ਸਾਹਿਬ ਤੋਂ ਪਹਿਲਾਂ ਅਮਨ ਦੀਆਂ, ਕਿਸੇ ਕਿਸੇ ਦਿਨ ਨਹੀਂ ਆਉਂਦੀਆਂ? ਨਹੀਂ, ਸਾਰੇ ਦਿਨ ਆਉਂਦੀਆਂ, ਸਿਰਫ ਮੰਡੇ 10 ਵਜੇ ਆਉਂਦੀਆਂ ਨੇ ਜੀ। ਅੱਛਾ, ਮੰਡੇ ਸਿਰਫ 10 ਹੁੰਦੀਆਂ, ਬਾਕੀ ਪਹਿਲਾਂ ਆਉਂਦੀਆਂ ਨੇ? ਹਾਂਜੀ ਹਾਂਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਨੈਕਸਟ ਕਾਲ ਆਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਜੋਲ ਭਾਜੀ ਨੂੰ ਇੱਕ ਸਵਾਲ ਪੁੱਛਣਾ ਸੀ ਪਲੀਜ਼। ਜੀ ਜੀ, ਗੋ ਅਹੈਡ। ਹਾਂਜੀ ਭਾਜੀ, ਤੁਸੀਂ ਫਰਾਈਡੇ ਬੋਲਿਆ ਸੀ। ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਫਰਾਈਡੇ ਬੋਲਿਆ ਸੀ ਵੀ ਸਨੋ ਬਾਰੇ ਦੱਸਿਆ ਸੀਗਾ। ਮੇਰੇ ਹਸਬੈਂਡ ਹੈਗੇ ਆ ਡਿਸੇਬਲਡ ਹੈਗੇ ਆ, ਉਹ ਤੁਰ ਫਿਰ ਨਹੀਂ ਸਕਦੇ ਵਾਲੇ। ਮੇਰੀ ਬੈਕ ਪ੍ਰੋਬਲਮ ਮੈਂ ਵੀ ਨਹੀਂ ਕਰ ਸਕਦੀ। ਉਹ ਬਾਹਰ ਐਡੀ ਕੰਧ ਬਣਾ ਜਾਂਦੇ ਆ, ਉਹ ਕੋਈ ਹੈਲਪ ਨਹੀਂ ਕਰਦਾ। ਬੇਟਾ ਮੇਰਾ ਉਹ ਅੱਡ ਰਹਿੰਦਾ ਮਿਸਾਗਾ। ਫਿਰ ਕੌਣ ਕਲੀਨ ਕਰੇ ਕੌਣ ਨਾ ਕਰੇ? ਹੈ ਨਾ, ਮੈਨੂੰ ਥੋੜਾ ਦਊਂਗੇ ਵੀ ਜਾਂ ਇਹਦੇ ਲਈ ਅਪਲਾਈ ਕਰਨਾ ਪੈਂਦਾ ਕੁਛ? ਹਾਂਜੀ, ਉਸ ਦਿਨ ਵੈਸੇ ਤੁਸੀਂ ਫਰਾਈਡੇ ਸੁਣ ਲਿਆ ਹੋਣਾ, ਡੀਟੇਲ ਦੇ ਵਿੱਚ ਦੱਸਿਆ ਤਾਂ ਤੁਹਾਡੀ ਗੱਲ ਸੁਣ ਲਈ। ਹੁਣ ਫੋਨ ਰੱਖ ਦਿਓ ਜੀ। ਥੈਂਕ ਯੂ। ਓਕੇ, ਥੈਂਕ ਯੂ ਭਾਜੀ। ਓਕੇ। ਕਿਉਂਕਿ ਵੀ ਇਹ ਤੁਸੀਂ ਜਿਹੜੇ ਵੀ ਏਰੀਆ ਵਿੱਚ ਰਹਿੰਦੇ ਆ, ਹੁਣ ਇਲੈਕਸ਼ਨ ਈਅਰ ਆ, ਕਾਉਂਸਲਰ ਨੂੰ ਇਹਦੇ ਬਾਰੇ ਥੋੜਾ ਜਿਹਾ ਅਵੇਅਰ ਕਰਨ ਦੇ ਵਿੱਚ ਵੀ ਆਹ ਸਿਚੁਏਸ਼ਨ ਫੈਮਲੀਜ਼ ਥਰੂ ਹੋ ਰਹੀਆਂ, ਤੇ ਜੇ ਸੀਜ਼ਨ ਵਾਸਤੇ ਕੰਟਰੈਕਟ ਸਨੋ ਹਟਾਉਣ ਲਈ ਦੇਣਾ ਹੋਵੇ ਜੀ ਤਾਂ ਵੀ ਆਪਾਂ ਦੱਸਿਆ ਸੀ ਕਿ ਕੋਈ 1000 ਮੰਗਦੇ ਨੇ, ਕੋਈ 1200 ਮੰਗਦੇ ਨੇ, ਕੋਈ 1500 ਮੰਗਦਾ ਹੈ, ਹਨਾ। ਉਹ ਜਿਹੜਾ ਸਿਟੀ ਨਹੀਂ ਦੇਣਾ ਆ ਤੁਹਾਨੂੰ, ਕਈ ਤਰ੍ਹਾਂ ਦੇ ਪੇਪਰ ਪੂਰੇ ਕਰਕੇ ਉਹ ਦੇਣਾ ਤੁਹਾਨੂੰ $200, ਤੇ ਜਾਂ ਮੈਕਸੀਮਮ ਕਾਰਨਰ ਦੀ ਲੋਟ ਵਾਸਤੇ ਤੁਹਾਨੂੰ 300 ਦੇ ਦੇਣਗੇ। ਉਹਦੀਆਂ ਵੀ ਸਰਟਨ ਕੰਡੀਸ਼ਨਸ ਜਾਣੀ ਕਿ ਹੈਗੀਆਂ ਆ ਵੀ ਤੁਸੀਂ ਕਾਂਟਰੈਕਟ ਲਿਆਓ ਜੀ, ਪੇਮੈਂਟ ਕੀਤੀ ਅੱਛਾ ਉਹਦੀ ਰਸੀਦ ਲਿਆਓ ਜੀ। ਪਰ ਹੁਣ ਜੇ ਤੁਸੀਂ 1500 ਦਾ ਕਾਂਟਰੈਕਟ ਕੀਤਾ, 1000 ਦਾ ਸੀਜ਼ਨ ਵਾਸਤੇ ਕੀਤਾ, ਚੋਂ 200 ਮਿਲ ਗਿਆ, ਤੇ ਉਹ 200 ਦੇਣ ਵਾਸਤੇ ਜਾਣੀ ਕਿ ਜਿਹੜੇ ਰਾਹਾਂ ਤੋਂ ਤੁਹਾਨੂੰ ਉਹਨਾਂ ਨੇ ਤੋਰਨਾ ਬਿਊਰੋਕ੍ਰੇਸੀ ਦੇ ਵਿੱਚ, ਉਹ ਕਈ ਵਾਰੀ ਕੰਡੀਸ਼ਨਸ ਤੁਸੀਂ ਪੂਰੀਆਂ ਨਹੀਂ ਕਰਦੇ ਹੁੰਦੇ। ਸੋ ਤਦ ਕਰਕੇ ਘੱਟੋ ਘੱਟ ਜੀ ਵੀ ਐਟਲੀਸਟ 2 ਕਾਉਂਸਲਰ ਦੇ ਧਿਆਨ ਦੇ ਵਿੱਚ ਵੀਕਐਂਡ ਦੇ ਦੌਰਾਨ ਇਹ ਇਸ਼ੂ ਮੈਨੂੰ ਵੀ ਮੌਕਾ ਮਿਲਿਆ ਸੀਗਾ ਲਿਆਉਣ ਦਾ, ਤੇ ਉਹਨਾਂ ਨੂੰ ਇਹ ਇੱਕ ਤਰੀਕੇ ਨਾਲ ਆਪਾਂ ਜਿਹੜਾ ਰੇਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀ ਅਰਸ਼ ਜੀ, ਤੇ ਜੇ ਉਹਨਾਂ ਨੇ ਸੀਨੀਅਰਸ ਨੂੰ ਇਹ ਫਿਜ਼ੀਕਲ ਚੈਲੰਜਡ ਲੋਕਾਂ ਨੂੰ ਸਪੋਰਟ ਕਰਨਾ ਹੀ ਆ ਸਿਟੀ ਨੇ ਸਨੋ ਹਟਾਉਣ ਦੇ ਬਾਰੇ 'ਚ, ਤੇ ਜਸਟ ਕਰ ਦਿਓ ਫਿਰ ਸਪੋਰਟ। ਵੀ ਜਿਹੜਾ ਇੱਕ ਫਿਜ਼ੀਕਲੀ ਚੈਲੰਜਡ ਬੰਦਾ ਆ, ਜਿੱਦਾਂ ਭੈਣ ਜੀ ਕਹਿ ਰਹੇ ਆ, ਤੇ ਉਹ ਹੁਣ ਫਿਜ਼ੀਕਲੀ ਚੈਲੰਜਡ ਆ, ਸਨੋ ਤੁਸੀਂ ਹਟਾਉਣੀ ਤਾਂ ਕੀ ਉਹਦੇ ਘਰ ਦੇ ਅੱਗੇ ਵੱਟ ਬਣਾ ਗਏ ਹੋ। ਤੇ ਹੁਣ ਇਹ ਤੇ ਆਪਾਂ ਨੂੰ ਪਤਾ ਹੀ ਆ ਵੀ ਉਹ ਸਨੋ ਹਟਾਉਣ ਲਈ ਕੋਈ ਅਰੇਂਜਮੈਂਟ ਕਰੂਗਾ ਤੇ ਤਾਂ ਹੀ ਸਨੋ ਹਟੂਗੀ, ਕਰੂਗਾ ਹੀ ਨਾ ਕੋਈ ਨਾ ਅਰੇਂਜਮੈਂਟ। ਵੀ ਕੋਈ ਉਹਨਾਂ ਦਾ ਆਪਣਾ ਹੈ ਨਹੀਂ, ਤੇ ਫਿਰ ਕੋਈ ਪੇਡ ਵਰਕਰ ਉਹਨਾਂ ਨੂੰ ਸੱਦਣਾ ਹੀ ਪਊਗਾ। ਇਹਦੇ ਵਿੱਚ ਜੇ ਹੁਣ ਤੁਸੀਂ ਕਹੋ ਵੀ ਹਾਂਜੀ ਕਰਾਇਆ ਸੀ ਤੇ ਫਿਰ ਲਿਆਓ ਜੀ, ਰਸੀਦ ਲਿਆਓ ਪੇਮੈਂਟ ਕੀਤੀ ਸੀ ਕਿ ਨਹੀਂ। ਸੋ ਆਈ ਥਿੰਕ ਦੈਟਸ ਟੂ ਮਚ, ਹੈ ਨਾ। ਜਿਹੜਾ ਫਿਜ਼ੀਕਲ ਚੈਲੰਜਡ ਵਿਅਕਤੀ ਆ, ਉਹਨੇ ਸਨੋ ਤੇ ਹਟਾਉਣੀ ਆ, ਕੋਈ ਆਪਣਾ ਪ੍ਰਬੰਧ ਕਰ ਲਿਆ ਉਹਨੇ ਜਾਂ ਕਾਂਟਰੈਕਟ ਦੇ ਦਿੱਤਾ। ਇਸੇ ਤਰ੍ਹਾਂ ਜਿਹੜੇ ਸਾਡੇ ਸੀਨੀਅਰਸ ਹੈਗੇ ਆ ਸਤਿਕਾਰਯੋਗ, ਤੇ ਉਹ 65+ ਨੇ ਜੀ, ਤੇ ਹੁਣ ਇਹ ਤੇ ਪਤਾ ਵੀ 65+ ਵੀ ਕੋਈ ਵਿਅਕਤੀ ਹੋਵੇ ਤੇ ਉਹ ਬਿਲਕੁਲ 100% ਤੰਦਰੁਸਤ ਹੋਵੇ, ਵੀ ਜਦੋਂ ਤੁਸੀਂ ਸਨੋ ਦੇ ਨਾਲ ਵੱਟ ਵੀ ਬਣਾ ਗਏ ਗੋਡੇ ਗੋਡੇ ਵਟਾਉਣ ਲੱਗ ਪਵੇ, ਹੈ ਨਾ। ਸੋ ਕਹਿਣ ਦਾ ਮਤਲਬ ਇਹ ਆ ਵੀ 65 ਸੀਨੀਅਰਸ
ਜਾਂ ਫਿਰ ਅਦਰਵਾਈਜ਼ ਫਿਜ਼ੀਕਲ ਚੈਲੰਜਡ ਵਿਅਕਤੀ। ਸੋ ਸਾਰੇ ਸੀਨੀਅਰਸ ਨੂੰ ਕੋਈ ਨਾ ਕੋਈ ਇਸ਼ੂਜ਼ ਤੇ ਹੁੰਦੇ ਹੀ ਆ। ਉਹਨਾਂ ਨੂੰ ਜ਼ਿਆਦਾ ਕਾਗਜ਼ੀ ਕਾਰਵਾਈਆਂ ਦੇ ਚੱਕਰਾਂ ਦੇ ਵਿੱਚ ਸਿਟੀ ਵੱਲੋਂ ਪਾਉਣ ਦੀ ਬਜਾਏ ਵੀ ਜੇ ਭਾਈ ਤੁਸੀਂ $200 ਦੇਣਾ, ਠੀਕ ਆ, ਜਿਹੜੇ ਪ੍ਰੋਪਰਟੀ ਓਨਰਸ ਆਪਣੇ ਸੀਨੀਅਰਸ ਹੈਗੇ ਆ ਜਾਂ ਫਿਰ ਫਿਜ਼ੀਕਲੀ ਚੈਲੰਜਡ ਵਿਅਕਤੀ ਸਿਟੀ ਦੇ ਵਿੱਚ ਹੈਗੇ ਆ, ਤੇ ਉਹ ਤੇ ਪਤਾ ਹੀ ਆ ਵੀ ਸਨੋ ਉਹ ਨਹੀਂ ਹਟਾ ਸਕਦੇ। ਇਹਦੇ ਵਿੱਚ ਹੁਣ ਉਹਦਾ ਪੇਪਰ ਵਰਕ ਦੀ ਐਡੀ ਵੱਡੀ ਕੀ ਗੁੰਝਲਦਾਰ ਉਹਨਾਂ ਨੂੰ ਕਰਨ ਦੀ ਲੋੜ ਆ ਵੀ ਤੁਹਾਨੂੰ ਆ ਵੀ ਲਿਆਓ ਤੇ ਉਹ ਵੀ ਲਿਆਓ ਜੀ। ਤੇ ਉਹਨਾਂ ਨੂੰ ਜਸਟ ਉਹਨਾਂ ਦੇ ਪ੍ਰੋਪਰਟੀ ਟੈਕਸ ਦੇ ਵਿੱਚ ਐਨੂਅਲੀ ਤੁਸੀਂ $200 ਛੱਡ ਦਿਓ, 300 ਛੱਡ ਦਿਓ। ਸੋ ਸਿੰਪਲ ਇਜ਼ ਦੈਟ। ਇਹਦੇ ਨਾਲ ਸਿਟੀ ਦਾ ਕੰਮ ਵੀ ਘਟੂਗਾ, ਇਹਦੇ ਨਾਲ ਸੀਨੀਅਰਸ ਦਾ ਵੀ ਬਰਡਨ ਆ ਜਿਹੜਾ ਜੀ ਘਟੂਗਾ ਜੀ। ਪਰ ਚਾਹੀਦਾ ਤਾਂ ਵੈਸੇ ਹੁਣ ਦੇਖਣਾ ਹਰ ਚੀਜ਼ ਦੀ ਪ੍ਰਾਈਸ ਵੱਧ ਰਹੀ ਆ। ਇਹ ਜਿਹੜੇ $200 $300 ਡਿਟਰਮਨ ਕੀਤੇ ਆ, ਤੁਸੀਂ ਦੇਖੋ ਵੀ ਇਹਦੇ ਨਾਲ ਮਤਲਬ ਕਿੰਨੀ ਕੁ ਹੈਲਪ, ਮਤਲਬ ਇਹ ਲੱਗਦਾ ਤੇ ਇਹ ਆ ਵੀ ਗ੍ਰਾਂਟ ਥੋੜੀ ਹੁਣ ਵੱਧ ਜਾਣੀ ਚਾਹੀਦੀ ਸਮੇਂ ਦੇ ਚੱਲਦਿਆਂ, ਜੇ ਬਾਕੀ ਸਾਰੀ ਮਹਿੰਗਾਈ ਵਧੀ ਆ ਹਨਾ। ਇੱਕ ਪਾਸੇ ਜੇ $1200-1500 ਤੋਂ ਘੱਟ ਕੋਈ ਸਨੋ ਹੀ ਤੁਹਾਡੀ ਹਟਾਉਣ ਨੂੰ ਸੀਜ਼ਨ 'ਚ ਤਿਆਰ ਨਹੀਂ, ਸੋ ਉਹਦੇ ਵਿੱਚ ਸਿਟੀ ਥੋੜਾ ਜ਼ਿਆਦਾ ਪਾਰਟੀਸਪੇਟ ਕਰ ਸਕਦਾ ਉਦੋਂ ਜਦੋਂ ਕਿ ਤੁਸੀਂ ਅਗਲੇ ਦੀ ਮੁਸ਼ਕਲ ਹੱਲ ਕਰਨ ਦੀ ਬਜਾਏ ਵਧਾ ਕੇ ਜਾ ਰਹੇ ਹੋ ਵੀ ਸਨੋ ਨਾਲ ਉਹ ਕਿਰਾਇਆ ਫੇਰ ਗਏ ਤੇ ਉੱਥੇ ਉਹਨੇ ਘਰ ਦੇ ਅੱਗੇ ਵੱਟ ਬਣਾ ਗਏ ਜੀ। ਸੋ ਸਿਟੀ ਨੇ ਉਹਨਾਂ ਦੀ ਸਮੱਸਿਆ ਵਧਾਈ ਕਿ ਘਟਾਈ? ਸੋ ਇਸ ਕਰਕੇ ਜੀ ਵੀ ਸਮੱਸਿਆ ਅਸੀਂ ਘਟਾਉਣ ਵਾਲੇ ਪਾਸੇ ਨੂੰ ਰੈਜ਼ੀਡੈਂਟਸ ਦੀ ਤੁਰਨਾ ਆ। ਇੱਕ ਤੇ ਘੱਟ ਤੋਂ ਘੱਟ ਜਾਣੀ ਇਹ ਕਾਗਜ਼ੀ ਕਾਰਵਾਈਆਂ ਹੋਣ। ਸੋ ਦੂਸਰਾ ਇਹ ਵੀ ਜੇ ਤੁਸੀਂ ਵੱਟ ਬਣਾ ਕੇ ਹੋ ਤੇ ਨਾਲ ਉਹਨੂੰ ਮਤਲਬ ਉਹ ਵੱਟ ਹਟਾਉਣ ਲਈ ਲੱਗਦਾ ਕੋਈ ਇੱਕ ਵਾਰੀ ਹਟਾਵੇ ਤੇ ਸ਼ਾਇਦ ਜਾਂ 2 ਵਾਰੀ ਉਹ $200 ਲੈ ਜਾਊਗਾ। ਤੁਸੀਂ ਜੇ ਮਤਲਬ ਸੀਜ਼ਨ ਦੇ ਵਿੱਚ 4 5 6 ਵਾਰੀ ਵੱਟ ਬਣਾ ਗਏ ਤੇ ਉਹ ਰੈਜ਼ੀਡੈਂਟ ਨੂੰ ਤਾਂ ਉਨੀ ਸਪੋਰਟ ਨਾ ਹੋਈ ਜੀ ਆਪਣੇ ਚ। ਸੋ ਇਸ ਕਰਕੇ ਥੋੜਾ ਜਿਹਾ ਇਹ ਸਿਟੀਜ਼ਨਸ ਨੂੰ ਰੈਜ਼ੀਡੈਂਟਸ ਨੂੰ ਸਪੋਰਟ ਕਰਨ ਦਾ ਢੋਲ ਢਮੱਕਾ ਵੀ ਸਿਟੀ ਨੂੰ ਵਜਾ ਲੈਣਾ ਚਾਹੀਦਾ ਜੀ। ਕਈ ਵਾਰੀ ਤਾਂ ਨਜਾਇਜ਼ ਹੀ ਹੁੰਦਾ ਨਾ ਵੀ ਅਸੀਂ ਮਾੜਾ ਜਿਹਾ ਦੇਖੋ ਜੀ ਪ੍ਰੋਪਰਟੀ ਟੈਕਸ ਨਹੀਂ 4 ਸਾਲ ਵਧਾਇਆ, ਪਰ ਅੱਜ ਜਦੋਂ 2019-18 ਦੇ ਮੁਕਾਬਲੇ ਆਪਣਾ ਪਾਣੀ ਦਾ ਬਿੱਲ ਕੰਪੇਅਰ ਕਰਕੇ ਦੇਖੋ ਵੀ ਕਿੱਥੇ ਪਹੁੰਚਿਆ ਆ। ਗਾਹਾਂ ਕੂੜੇ ਚੁੱਕਣ ਦੀ ਜਿਹੜੇ ਉਹ ਪ੍ਰਾਈਸ ਆਉਣ ਵਾਲੀ ਉਹਦੀ ਤਲਵਾਰ ਸਿਰ ਤੇ ਲਟਕ ਰਹੀ ਆ ਹਨਾ। ਤੇ ਜਾਂ ਫਿਰ ਤੁਸੀਂ ਮਤਲਬ ਕੋਈ ਵੀ ਆਪਣਾ ਬਿੱਲ ਜਿਹੜਾ ਉਹ ਸਿਟੀ ਦਾ ਪਿਛਲਾ ਚੁੱਕ ਕੇ ਦੇਖ ਲਓ ਵੀ ਉਹ ਮਤਲਬ ਪਿਛਲੇ ਸਮੇਂ ਦੇ ਮੁਤਾਬਕ ਘਟਿਆ ਕਿ ਵਧਿਆ ਹਨਾ। ਸੋ ਉਸ ਲਿਹਾਜ਼ ਨਾਲ ਯੂਟਿਲਿਟੀਜ਼ ਜਿਹੜੀ ਅੱਜ ਵੀ ਉਹ ਸਿਰੇ ਤੇ ਲੱਗੀ ਪਈ ਆ। ਤੇ ਜਿਹੜਾ ਇਹ ਇਹਨਾਂ ਨੇ ਵਾਟਰ ਸਰਚਾਰਜ ਲਗਾਇਆ ਹਾਂਜੀ ਉਹ ਵੀ ਕਾਫੀ ਮੋਟਾ। ਉਹਨੂੰ ਜਰਾ ਦੇਖੋ ਤੁਸੀਂ ਆਪਣਾ ਪਾਣੀ ਦਾ ਬਿੱਲ ਚੁੱਕ ਕੇ ਜੇ ਥੋੜਾ ਜਿਹਾ ਤੁਸੀਂ ਪ੍ਰੋਪਰਟੀ ਟੈਕਸ ਨਹੀਂ ਵੀ ਵਧਾਇਆ ਪਰ ਤੁਸੀਂ ਕੰਨ ਕਮਾ ਕੇ ਦੂਜੇ ਬੰਨੇ ਉਹਦੀ ਜਾਣੀ ਹੋਰ ਵੀ ਜ਼ਿਆਦਾ ਸਖਤ ਮਰੋੜ ਦਿੱਤਾ ਤੇ ਮਤਲਬ ਗੱਲ ਤਾਂ ਉੱਥੇ ਹੀ ਆ ਗਈ ਨਾ ਜੀ। ਸੋ ਇਸ ਕਰਕੇ ਲੋਕਾਂ ਦੀ ਜੇਬਾਂ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਚਲੋ ਇਹ ਪੈਸੇ ਤਾਂ ਉਹਨਾਂ ਨੇ ਕੱਢਣੇ ਜਾਰੀ ਹੀ ਰਹਿੰਦੇ ਕੋਈ ਨਾ ਕੋਈ ਸਕੀਮਾਂ ਕੱਢ ਕੇ। ਪਰ ਜਿਹੜਾ ਆਹ ਸਾਡੇ ਸੀਨੀਅਰਸ ਆ, ਸਾਡੇ ਫਿਜ਼ੀਕਲੀ ਚੈਲੰਜਡ ਲੋਕ ਆ, ਉਹਨਾਂ ਦੀ ਜੇ ਮਦਦ ਕਰਨੀ ਹੈ ਤੇ ਜਰਾ ਦਿਲ ਖੋਲ ਕੇ ਕਰ ਦਿਓ, ਨਹੀਂ ਕਰਨੀ ਤੇ ਕਹਿ ਦਿਓ ਵੀ ਅਸੀਂ ਨਹੀਂ ਕਰ ਸਕਦੇ। ਏਦਾਂ ਦੇ ਚੱਕਰਾਂ 'ਚ ਜਾਣੀ ਕਿ ਉਹਨਾਂ ਨੂੰ ਉਲਝਾ ਕੇ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਦੋਂ ਸਪੈਸ਼ਲੀ ਜਦੋਂ ਕਿ ਤੁਸੀਂ ਵੱਟ ਬਣਾਉਣੋਂ ਨਹੀਂ ਹਟਣਾ ਜੀ। 905-813-1320 ਨੈਕਸਟ ਕਾਲ ਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ NRI ਮੈਰਿਜ ਬਿਊਰੋ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ। ਹਰ ਉਮਰ ਹਰ ਵਕਤ ਦੀ ਵਿਚੋਲਗਿਰੀ ਕਰਦੇ ਰਹੇ NRI ਮੈਰਿਜ ਬਿਊਰੋ 6478886000 ਬੈਡ ਬਾਥ ਐਂਡ ਡੈਕੋਰ ਵੱਲੋਂ ਜਿੱਥੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਉੱਥੇ ਨਵੇਂ ਬਲੈਂਕਟਸ ਪਹੁੰਚੇ ਹੋਏ ਨੇ, ਨਵੇਂ ਭਾਂਡੇ ਪਹੁੰਚੇ ਹੋਏ ਨੇ। ਤੁਸੀਂ ਮਦਰ ਇੰਡੀਆ ਹਰਬਲ ਸ਼ੈਂਪੂ ਪ੍ਰੋਡਕਟ 7 ਮਿੰਟਾਂ ਦੇ ਵਿੱਚ ਵਾਲ ਆਪਣੇ ਰੰਗ ਸਕਦੇ ਹੋ, ਬਲੈਕ, ਬਰਾਊਨ, ਡਾਰਕ ਬਰਾਊਨ, ਕੋਈ ਵੀ ਪਿੰਡੇ ਤੇ ਦਾਗ ਨਹੀਂ, ਟੱਬ ਤੇ ਦਾਗ ਨਹੀਂ। 25 ਚੈਰੀ ਕ੍ਰੈਸਟ ਡਰਾਈਵ, ਕੁਈਨ ਐਂਡ ਚੈਰੀ ਕ੍ਰੈਸਟ ਇੰਟਰਸੈਕਸ਼ਨ। ਫੋਨ ਨੰਬਰ 6472074644। ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ। ਜੌਬ ਸਾਹਿਬ ਨੇ ਸੁਣਿਆ, ਸਰੋਤੇ ਵੀ ਜਿਹੜੇ ਆਪਣੇ ਆ ਕੇ ਆਪਣੇ ਦੱਸਦੇ ਨੇ ਦੁੱਖ ਦਰਦ ਉਹ ਵੀ ਮੈਂ ਸੁਣ ਰਿਹਾ। ਤੇ ਇਹ ਜਿਹੜਾ ਹੁਣ ਇੱਕ ਭੈਣ ਜੀ ਕਹਿ ਕੇ ਗਏ ਸੀ ਵੀ ਉਹ ਮਤਲਬ ਹਟਾ ਨਹੀਂ ਸਕਦੇ, ਬੇਟਾ ਮਿਸਾਗਾ ਰਹਿੰਦਾ ਹੈ, ਇਹਦਾ ਉਪਾਅ ਇੱਕ ਹੈਗਾ ਜਾਂ ਤੇ ਬੇਟੇ ਦੇ ਘਰ ਕੋਲੇ ਲੈ ਲਓ ਘਰ, ਬੇਟਾ ਕਰ ਜਾ ਕਰੂ ਸਾਫ਼, ਜਾਂ ਫਿਰ ਅਪਾਰਟਮੈਂਟ ਬਿਲਡਿੰਗ ਜਾਓ, ਕੱਲ੍ਹ ਔਖੇ ਹੁੰਦੇ ਹੋ। ਇਹ ਤੇ ਇਹਨਾਂ ਦੀ ਆਪ ਦੀ ਪ੍ਰੋਬਲਮ ਹੈ ਨਾ। ਠੀਕ ਹੈ ਜੀ। ਹਾਂਜੀ I have no Joseph, this is just let's take the next call and let's not waste time. But ਹਾਂ ਅਰਸ਼ ਥੋੜਾ ਜਿਹਾ ਇੰਨਾ ਕੁ ਦੱਸ ਦਈਏ ਕਿ ਇਹਨਾਂ ਦੇ ਵੀ ਵਿਊ ਦਾ ਚਲੋ ਸਤਿਕਾਰ ਆ ਕਿਉਂਕਿ ਉਹਨਾਂ ਦੀ ਜ਼ਿੰਦਗੀ 'ਚ ਸ਼ਾਇਦ ਉਹ ਮੁਸ਼ਕਲਾਂ ਨਹੀਂ, ਸਾਰਿਆਂ ਦੀ ਉਨੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਝੱਗਾ ਚੱਕੋ ਤੇ ਢਿੱਡ ਨੰਗਾ। ਕੈਨੇਡਾ ਦੇਸ਼ ਦੇ ਵਾਸੀ ਆ, ਕੈਨੇਡਾ ਦੇਸ਼ ਦੇ ਵਾਸੀ। ਅਸੀਂ ਪੰਜਾਬ ਦੇ ਵਾਸੀ ਨਹੀਂ ਰਹਿ ਗਏ ਜਿੱਥੇ ਅਸੀਂ ਧੌਣ ਤੇ ਗੋਡਾ ਰੱਖ ਕੇ ਕਹਿ ਸਕਦੇ ਹਾਂ ਵੀ ਤੂੰ ਮੇਰੀ ਔਲਾਦ ਆ ਤੇ ਆਹ ਕੰਮ ਮੇਰੇ ਲਈ ਕਰ। ਕੋਈ ਕਰ ਵੀ ਸਕਦਾ ਜੇ ਉਹਦੇ ਅੰਦਰ ਕੋਈ ਕਣੀ ਹੋਵੇ ਤੇ ਕੋਈ ਨਹੀਂ ਵੀ ਕਰ ਸਕਦੀ ਜਾਂ ਕਰ ਸਕਦਾ ਹੈ। ਕੋਈ ਜ਼ੋਰ ਨਹੀਂ ਆ ਕਿਸੇ ਤੇ, ਕੈਨੇਡਾ ਦੇਸ਼ ਆ।
ਸੋ ਇਸ ਕਰਕੇ ਆਪਾਂ ਕਹਿੰਦੇ ਨਾ ਵੀ ਥੋੜਾ ਜਿਹਾ ਐਡਜਸਟਮੈਂਟ ਫਿਰ ਅਸੀਂ ਹੈਬਿਟ ਵਿੱਚ ਕਈ ਵਾਰ ਕਰ ਚਲੋ ਜੋਲ ਸਾਹਿਬ ਇਟਸ ਓਕੇ ਇਟਸ ਜਸਟ ਵੇਸਟ ਹਰ ਭੈਣ ਭਰਾ ਦੀ ਉਹ ਫਰੀडम ਆ ਬਿਲਕੁਲ ਘਰ ਵਿੱਚ ਰਹਿਣਾ ਕਿ ਕੋਂਡੋ ਵਿੱਚ ਰਹਿਣਾ ਕੋਈ ਉਹਨੂੰ ਦੱਸਣ ਵਾਲਾ ਕੌਣ ਆ ਆਪਾਂ ਕੋਈ ਨਹੀਂ ਹੁੰਦੇ ਦੱਸਣ ਵਾਲੇ ਜੀ ਹੁਣ ਤੁਸੀਂ ਵੀ ਜੇ ਫਰਜ਼ ਕਰੋ ਸਾਡੇ ਸਤਿਕਾਰਯੋਗ ਕਾਲਰ ਆਏ ਹੋ ਤੁਹਾਨੂੰ ਕੋਈ ਕਹਿ ਦੇਵੇ ਵੀ ਘਰ ਛੱਡ ਕੇ ਕੋਂਡੋ ਚੱਲ ਜਾਓ ਤੁਸੀਂ ਕਹੋਗੇ ਵੀ ਤੁਸੀਂ ਕੌਣ ਹੈ ਹਾਂ ਬਿਲਕੁਲ ਮੇਰਾ ਫਰੀडम ਹੈ ਮੈਂ ਕਿੱਥੇ ਰਹਿਣਾ ਹੈ ਨਾ ਰਾਈਟ ਇਦਾਂ ਨਹੀਂ ਕਿਸੇ ਨੂੰ ਕਿਹਾ ਜਾ ਸਕਦਾ ਇਹ ਕੈਨੇਡਾ ਦੇਸ਼ ਹੈ ਸਾਡੇ ਇੱਥੇ ਬਰੈਂਪਟਨ ਦੇਸ਼ ਦੇ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਰੈਜ਼ੀਡੈਂਟਸ ਸੀਨੀਅਰਸ ਆ ਸਾਡੇ ਜਿਹੜੇ ਫਿਜ਼ੀਕਲੀ ਚੈਲੰਜਡ ਲੋਕ ਆ ਇਕੁਅਲੀ ਰਿਸਪੈਕਟ ਉਹ ਵੀ ਡਿਜ਼ਰਵ ਕਰਦੇ ਬਿਲਕੁਲ ਜੀ ਬਿਲਕੁਲ ਜੋਲ ਸਾਹਿਬ ਇਕੁਅਲੀ ਰਿਸਪੈਕਟ ਡਿਜ਼ਰਵ ਕਰਦੇ ਆ ਤੇ ਜੇ ਕੋਈ ਬੈਨੀਫਿਟ ਸਿਟੀ ਉਹਨਾਂ ਨੂੰ ਦੇ ਰਿਹਾ ਗੱਲ ਤੇ ਇੰਨੀ ਆ ਵੀ ਉਹਨੂੰ ਸਿੰਪਲੀਫਾਈ ਕਰ ਦਿਓ ਵੀ ਦੇ ਦਿਓ ਭਾਈ ਨਹੀਂ ਦੇਣਾ ਤੇ ਕਹਿ ਦਿਓ ਵੀ ਅਸੀਂ ਨਹੀਂ ਦੇਣ ਜੋਗੇ ਉਹਨਾਂ ਲਈ ਮੁਸ਼ਕਲਾਂ ਖੜੀਆਂ ਨਾ ਕਰੋ ਗੱਲ ਤੇ ਇੰਨੀ ਹੈ ਜੀ we'll take the next call on the air ਸਤਿ ਸ਼੍ਰੀ ਅਕਾਲ ਜੀ ਜੀ ਵੀਰੇ ਥੋੜਾ ਵੀਰੇ ਆਪ ਮਾਈਕ ਦੇ ਲਾਗੇ ਆ ਜਾਓ ਜੀ ਤੁਹਾਡੀ ਆਵਾਜ਼ ਬਹੁਤ ਦੂਰ ਆ ਰਹੀ ਹੈ ਜੀ 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 ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ 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 ਵੈਸੇ ਤਾਂ ਭਾਜੀ ਨੇ ਮੈਂਸ਼ਨ ਕਰ ਹੀ ਦਿੱਤਾ ਜੀ 2-3 ਦਿਨ ਪਹਿਲਾਂ ਵੀ ਆਪਣੇ ਗਾਰਬੇਜ ਬਿਨ ਜਿਹੜੇ ਰੇਟ ਕਦੇ ਵਧਾ ਰਹੇ ਆ ਜੀ 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 ਹਾਂਜੀ ਹਾਂਜੀ ਵੀ ਰੇਟ ਜਾਣੀ ਕਿ ਹੋਰ ਆਪਾਂ ਨੂੰ ਲੱਗ ਰਿਹਾ ਕੀ ਕਹਿੰਦੇ ਆਪਾਂ ਵੀ ਪਹਿਲਾਂ ਵੀ ਸਿਟੀ ਨੂੰ ਇੰਨਾ ਟੈਕਸ ਪੇ ਕਰਦੇ ਆ ਤੇ ਉਹ ਇਨਕਲੂਡ ਨਹੀਂ ਸੀ ਕਿ ਜਾਂ ਘੱਟ ਪੇ ਕਰਦੇ ਸੀ ਜਿਹੜੇ ਕਿ ਦੁਬਾਰਾ ਲਾ ਰਹੇ ਆ ਜੀ ਬਾਕੀ ਜਿਹੜੇ ਸਨੋ ਦਾ ਕਹਿੰਦੇ ਸੀ ਸਨੋ ਤੇ ਇਹਨਾਂ ਨੂੰ ਕਲੀਨ ਕਰਨੀ ਚਾਹੀਦੀ ਕਿਸੇ ਦੇ ਅੱਗੇ ਘਰ ਅੱਗੇ ਵੱਟ ਵੀ ਨਹੀਂ ਬਣਾਉਣੀ ਚਾਹੀਦੀ ਜੀ ਜੀ ਸਾਰਿਆਂ ਦੀ ਕੋਈ ਕਰ ਸਕਦਾ ਕੋਈ ਨਹੀਂ ਕਰ ਸਕਦਾ ਰਾਈਟ ਸਾਰਿਆਂ ਦਾ ਆਪਣਾ ਆਪਣਾ ਹਿਸਾਬ ਆ ਭਾਜੀ ਮੈਂ ਸੁਣਦਾ ਭਾਜੀ ਆਫ ਦੀ ਥੈਂਕ ਯੂ ਸੋ ਮਚ ਹਾਂਜੀ ਨਹੀਂ ਠੀਕ ਹੈ ਇਹਨਾਂ ਦਾ ਕੰਸਰਨ ਹੋਣ ਵੈਸੇ ਇਹ ਕੰਨ ਅਸਿੱਧੇ ਰੂਪ ਦੇ ਵਿੱਚ ਫੜਿਆ ਜਾਂਦਾ ਵੀ ਸਿਟੀ ਨੇ ਪ੍ਰਾਪਰਟੀ ਟੈਕਸ ਨਹੀਂ ਵਧਾਇਆ ਤੇ ਜਿੰਨੇ ਵੀ ਵਾਧੇ ਆ ਰਹੇ ਜਾਨੀ ਪੀਲ ਰੀਜਨ ਵੱਲੋਂ ਆ ਰਹੇ ਹਨ ਹਾਂਜੀ 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 ਹੁਣ ਪੀਲ ਰੀਜਨ ਦੇ ਵਿੱਚ ਮਤਲਬ ਪੀਲ ਰੀਜਨ ਕੋਈ ਉੱਪਰਲੀ ਸਰਕਾਰ ਨਹੀਂ ਬਰੈਂਪਟਨ ਦੇ ਕਾਉਂਸਲਰ ਉਹਦੇ ਵਿੱਚ ਬੈਠੇ ਹੀ ਆ ਚੁਣੇ ਹੋਏ ਤੇ ਜੇ ਉਹ ਬਰੈਂਪਟਨ ਦੇ ਸਿਟੀ ਵਾਸਤੇ ਚੀਜ਼ਾਂ ਨਹੀਂ ਚਾਹੁੰਦੇ ਤੇ ਉਹ ਵਿਰੋਧ ਵੀ ਕਰ ਸਕਦੇ ਹੀ ਆ ਆਮ ਜਸਟ ਸੇਇੰਗ ਇਲੈਕਸ਼ਨਸ ਆਰ ਅਰਾਊਂਡ ਦ ਕੋਰਨਰ ਤੁਸੀਂ ਆਪਣੇ ਮੁੱਦੇ ਉਠਾਓ ਕਿਉਂਕਿ ਮੇਰੇ ਹਿਸਾਬ ਨਾਲ ਗੱਲ ਹੋਈ ਸੀ ਨਾ ਪਿੱਛੇ ਵੀ ਆ ਮੋਟਾ ਤੁਸੀਂ ਪਾਣੀ ਦਾ ਸਰਚਾਰਜ ਲਾਤਾ ਤੇ ਮੈਨੂੰ ਲੱਗਿਆ ਵੀ ਜਾਨੀ ਉਹਨਾਂ ਨੇ ਖੁੱਲ ਕੇ ਸੱਚ ਬੋਲਣ ਦੀ ਬਜਾਏ ਇੰਨਾ ਕਹਿ ਕੇ ਖੜਾ ਛਡਾ ਲਿਆ ਅਰਸ਼ ਤੇ ਇਹ ਤਾਂ ਜੀ ਪੀਲ ਰੀਜਨ ਮੈਨੇਜ ਕਰਦਾ ਕਿੰਨਾ ਵੱਡਾ ਇਹ ਭੁਲੇਖਾ ਪਾਉਣ ਵਾਲੀ ਗੱਲ ਹੈ ਰੈਜ਼ੀਡੈਂਟਸ ਵਾਸਤੇ ਸਿਟੀ ਦੀ ਕੌਂਸਲ ਨੇ ਕੌਂਸਲਰਾਂ ਨੇ ਮੇਅਰ ਨੇ ਰਲ ਕੇ ਮੋਸ਼ਨ ਪਾਸ ਕੀਤਾ ਵੀ ਵਾਟਰ ਸਰਚਾਰਜ ਲੱਗਣਾ ਚਾਹੀਦਾ ਬਿਲਕੁਲ ਹੁਣ ਕਿਉਂਕਿ ਵਾਟਰ ਬਿੱਲ ਆ ਜਿਹੜਾ ਬਰੈਂਪਟਨ ਚ ਆਉਂਦਾ ਹੀ ਰੀਜਨ ਵੱਲੋਂ ਅਪੀਲ ਵੱਲੋਂ ਤੇ ਮੈਨੇਜ ਅਪੀਲ ਰੀਜਨ ਨੇ ਕਰਨਾ ਸੀਗਾ ਪਰ ਉਹ ਕਲੈਕਟ ਕਰਕੇ ਸਿਟੀ ਦੇ ਰੈਜ਼ੀਡੈਂਟਸ ਤੋਂ ਜਾਂਦਾ ਤਾਂ ਸਿਟੀ ਨੂੰ ਆ ਪੀਲ ਰੀਜਨ ਤਾਂ ਮੈਨੇਜ ਕਰਨ ਦਾ ਸਗੋਂ ਉਹਦੇ ਵਿੱਚੋਂ ਕੁਝ ਹੋਰ ਕੱਟਦਾ ਹੋਊਗਾ ਇਹ ਸਿੱਧਾ ਵੀ ਮੈਨੇਜ ਕਰ ਸਕਦੇ ਸੀ ਪਰ ਕਿਉਂਕਿ ਪਾਣੀ ਦਾ ਬਿੱਲ ਚਲੋ ਪਹਿਲਾਂ ਹੀ ਪੀਲ ਰੀਜਨ ਤੋਂ ਮੈਨੇਜ ਹੁੰਦਾ ਤੇ ਸਰਚਾਰਜ ਉਹਨਾਂ ਨੇ ਕਲੈਕਟ ਕਰਕੇ ਮਤਲਬ ਉਹ ਸਿਟੀ ਨੂੰ ਦੇਣਾ ਆ ਇੰਨਾ ਹੀ ਤਾਂ ਕੰਮ ਆ ਜੀ ਸੋ ਤਦ ਕਰਕੇ ਇਹ ਆ ਵੀ ਕੰਨ ਦੂਜੇ ਪਾਸਿਓਂ ਤੇ ਬਥੇਰੀ ਤਰ੍ਹਾਂ ਫੜਿਆ ਮਾੜਾ ਜਿਹਾ ਜੇ ਫਰਜ਼ ਕਰੋ ਪ੍ਰਾਪਰਟੀ ਟੈਕਸ 0.0 ਪਤਾ ਨਹੀਂ ਕਿੰਨੇ % ਨਹੀਂ ਵਧਾਇਆ ਤੇ ਉਹਦਾ ਢੋਲ ਢਮਕਾ ਪੂਰਾ ਆ ਵੀ ਅਸੀਂ 4 ਸਾਲ ਨਹੀਂ ਵਧਣ ਦਿੱਤਾ ਪਰ ਤੁਸੀਂ ਆਪਣੇ ਸਾਰੇ ਜਿਹੜੇ ਬਿੱਲ ਆ ਯੂਟਿਲਿਟੀਜ਼ ਦੇ ਚੱਕ ਕੇ ਦੇਖੋ 4 ਸਾਲ ਪਹਿਲਾਂ ਨਾਲੋਂ ਅੱਜ ਨਾਲ ਕੰਪੇਅਰ ਕਰੋ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਅਸਲ 'ਚ ਹੋਇਆ ਕੀ ਹੈ ਸੋ ਉਸ ਲਿਹਾਜ਼ ਨਾਲ ਇਹ ਕੂੜੇ ਦੀ ਜਿਹੜੀ ਤਲਵਾਰ ਹੁਣ ਲਟਕ ਰਹੀ ਆ ਵੀ ਇਹਦੇ ਬਾਰੇ ਹੁਣ ਤੋਂ ਅਵੇਅਰ ਹੋਣ ਦੀ ਲੋੜ ਹੈ ਪੀਲ ਰੀਜਨ ਜਿਹੜੇ ਆਪਣੀ ਫੀਡਬੈਕ ਲੈ ਰਹੇ ਨੇ ਉਹਨਾਂ ਦੀ ਵੈਬਸਾਈਟ ਤੇ ਜਾਓ ਫੀਡਬੈਕ ਦਿਓ ਜੋ ਵੀ ਤੁਹਾਡੀਆਂ ਫੀਲਿੰਗਸ ਹੈਗੀਆਂ ਜੀ ਇਹ ਤੇ ਉਹਨਾਂ ਵੱਲੋਂ ਇਦਾਂ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਤੇ ਸਾਨੂੰ ਜੀ ਵੀ ਇਦਾਂ ਦੀ ਫੀਡਬੈਕ ਆ ਰਹੀ ਆ ਜਿੰਨਾ ਕੁ ਕੂੜਾ ਕੋਈ ਪ੍ਰੋਡਿਊਸ ਕਰੋਗੇ ਉਹਨਾਂ ਕੋ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ ਸੋ ਘੱਟ ਭਰਤੀ ਜਾਣੀ ਕਿ ਜੇ ਤੁਸੀਂ ਘੱਟ ਕੂੜਾ ਪ੍ਰੋਡਿਊਸ ਕਰੋਗੇ ਤਾਂ ਘੱਟ ਪੇ ਕਰੋਗੇ ਜ਼ਿਆਦਾ ਕੂੜਾ ਪ੍ਰੋਡਿਊਸ ਕਰੋਗੇ ਤਾਂ ਤੁਸੀਂ ਜ਼ਿਆਦਾ ਪੇ ਕਰੋਗੇ ਤੇ ਹੁਣ ਪ੍ਰਾਪਰਟੀ ਟੈਕਸ ਉਹਨਾਂ ਘਟੂਗਾ ਕਿ ਨਹੀਂ ਇਹ ਕਿਸੇ ਨੇ ਨਹੀਂ ਦੱਸਿਆ ਜੀ ਆਲਰਾਈਟ ਸਾਰੀਆਂ ਕਾਲਾਂ ਫਲੈਸ਼ ਕਰ ਰਹੀਆਂ ਨੇ ਅਸੀਂ ਦੇ ਨੈਕਸਟ ਕਾਲ ਔਨ ਦੀ ਏਅਰ ਜਿਸ ਨੂੰ ਸਪਾਂਸਰ ਕਰ ਰਹੇ ਹਨ ਪਲੈਨਟ ਫਾਈਨੈਂਸ਼ੀਅਲ ਤੇ ਗੌਰਵ ਕੁਮਾਰ ਜੀ 6474097501 ਨੈਕਸਟ ਕਾਲ ਔਨ ਦੀ ਏਅਰ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਾਵਲਾ ਸਾਹਿਬ ਤੇ ਜੋਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ ਪਹਿਲੀ ਵਾਰ ਮੈਂ ਕਾਲ ਕੀਤਾ ਜੀ ਤੁਸੀਂ ਮੈਨੂੰ ਨੰਬਰ ਲਿਖਾਉਂਦੇ ਰਹੇ ਹੋ ਬੜੀ ਫਸਟ ਤੇ ਮੈਂ ਜੋਲ ਸਾਹਿਬ ਨਾਲ ਗੱਲ ਕੀਤੀ 2 ਹਫ਼ਤੇ 10 ਦਿਨ ਪਹਿਲੇ ਇਹਨਾਂ ਨੇ ਦੱਸਿਆ ਸੀ ਫਿਰ ਲਿਖਾਇਆ ਨੇ ਮੈਨੂੰ ਨੰਬਰ ਤੁਹਾਡਾ ਜੀ ਹਾਂਜੀ ਚਾਲ ਸਾਹਿਬ ਬਹੁਤ ਸੋਹਣਾ ਦੂਸਰਾ ਸਿਟੀ ਦਾ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਭਾਈ ਸਾਹਿਬ ਜੋ ਦੱਸ ਕੇ ਗਏ ਆ ਵੈਸੇ ਤਾਂ ਇਹਨਾਂ ਨੇ ਇਹਨਾਂ ਦਾ ਕਹਿਣਾ ਜੋ ਵੀ ਇਹਨਾਂ ਨੂੰ ਠੀਕ ਲੱਗਦਾ ਅੱਛਾ ਹੈਗਾ ਪਰ ਇੱਥੇ ਬੱਚੇ ਜਿਹੜੇ ਆ ਤੁਹਾਡੇ ਮਾਂ-ਬਾਪ ਨਾਲ ਉਹ ਆਪਣਾ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਆ ਤਾਂ ਠੀਕ ਆ ਨੂੰ ਰਹਿਣਾ ਚਾਹੀਦਾ ਮੈਂ ਇੱਥੇ ਬਰੈਂਪਟਨ 'ਚ ਰਹਿਣਾ ਤੇ ਮੇਰਾ ਬੇਟਾ ਡਾਊਨਟਾਊਨ ਕੰਮ ਕਰਦਾ ਇੱਥੇ ਜਾਣ ਲਈ 2 ਘੰਟੇ ਉਹਨੂੰ ਲੱਗਦੇ ਸੀ ਉਹਨੇ ਆਪਣੀ ਮਜਬੂਰੀ ਦੱਸੀ ਕਿ ਡੈਡੀ ਏਦਾਂ ਮੈਂ ਠੀਕ ਆ ਉਹਨੇ ਡਾਊਨਟਾਊਨ ਘਰ ਲੈ ਲਿਆ ਇਹ ਥੋੜਾ ਕਿ ਮੈਂ ਇੱਥੇ 50 ਸਾਲ ਦਾ ਰਹਿਣਾ ਮੈਂ ਕੈਨੇਡੀਅਨ ਆ ਸਾਰੇ ਬੱਚੇ ਵੀ ਕੈਨੇਡੀਅਨ ਜਿੰਨੇ ਵੀ ਆ ਇੱਥੇ ਜੰਮੇ ਪਲੇ ਆ ਉਹ ਆਪਣਾ ਵੀ ਦੇਖਣਾ ਚਾਹੁੰਦੇ ਆ ਕਿ ਮੈਨੂੰ ਸਹੂਲਤ ਕੀ ਚਾਹੀਦੀ ਆ
ਤੇ ਹੁਣ ਇਹਨਾਂ ਨੇ ਦੱਸਿਆ ਘਰ ਵੇਚ ਕੇ ਤੁਸੀਂ ਉੱਥੇ ਚਲੇ ਜਾਓ। ਮੇਰੇ 10 ਦਿਨ ਪਹਿਲਾਂ ਮੈਨੂੰ ਫਾਰਮ ਭੇਜਿਆ ਇਹਨਾਂ ਨੇ, ਸਿਟੀ ਵਾਲਿਆਂ ਨੇ, ਕਿ ਭਰ ਕੇ ਭੇਜ ਦੋ। ਇਹ 28 ਜਨਵਰੀ ਨੂੰ ਆ ਵੱਡਾ ਸਾਰਾ ਲਾ ਕੇ ਟਰੱਕ ਦਾ ਮੂਹਰੇ ਘਰ ਦੇ ਮੇਰੇ, ਮੈਂ ਉਹਦੇ ਕੈਮਰੇ ਨਾਲ ਫੋਟੋ ਬਣਾਈ ਤੇ ਉਹਨਾਂ ਨੂੰ ਭੇਜੀ। ਉਹ ਕਹਿੰਦੇ $300 ਤੁਹਾਨੂੰ ਦੇਵਾਂਗੇ ਤੇ ਤੁਸੀਂ ਫਾਰਮ ਭਰ ਕੇ ਭੇਜ ਦੋ। ਫਾਰਮ ਭਰ ਕੇ ਭੇਜਿਆ। ਉਹ ਕਹਿੰਦੇ ਦੂਸਰਾ ਇੱਕ ਫਾਰਮ ਆ ਉਹ ਤੇ ਸਾਈਨ ਕਰਾਓ। ਉਹ ਮੈਂ ਕਿਹਾ ਕੀ ਆ? ਕਹਿੰਦੇ ਤੁਸੀਂ ਪੈਸੇ ਕਿੰਨੇ ਦਿੱਤੇ? ਮੇਰਾ ਗੁਆਂਢੀ ਸੀਗਾ, ਉਹਦੇ ਕੋਲ ਮਸ਼ੀਨ ਸੀਗੀ, ਉਹ ਵਿਚਾਰਾ ਸਾਫ਼ ਕਰਤੀ ਉਹਨੇ। ਤੇ ਫਿਰ ਮੈਂ ਸਿਟੀ ਨੂੰ ਕਾਲ ਕੀਤੀ ਕਿ ਮੈਂ ਏਦਾਂ ਕਰਕੇ ਉਹਨੂੰ ਪੈਸਾ ਤਾਂ ਕੋਈ ਦਿੱਤਾ ਨਹੀਂ, ਮੈਂ ਕਾਹਦੇ ਵਾਸਤੇ ਜਦ ਦਿੱਤਾ ਨਹੀਂ ਤਾਂ ਮੈਂ ਝੂਠ ਕਾਹਦੇ ਵਾਸਤੇ ਬੋਲਾਂ ਤੁਹਾਨੂੰ? ਕਹਿੰਦੇ ਜੀ ਦੂਆ ਫਾਰਮ ਭੇਜੋ। ਓਕੇ, ਹੁਣ ਮੈਂ ਕਿਸੇ ਕੰਟਰੈਕਟਰ ਨੂੰ ਪੁੱਛਿਆ ਸੀ 4 ਸਾਲ ਪਹਿਲਾਂ, ਉਹ ਮੇਰੇ ਕੋਲ $1500 ਮੰਗਦਾ ਸੀਗਾ। ਉਹ ਵੀ ਸਾਲ 'ਚ ਨਹੀਂ ਪਾਉਣਾ ਤੇ ਪੌੜੀਆਂ ਨਹੀਂ ਸਾਫ਼ ਕਰਨੀਆਂ। ਅੱਛਾ ਤੇ ਫਿਰ ਮੈਂ ਕਿਹਾ ਹੁਣ ਮੈਨੂੰ ਕੋਈ ਬੰਦਾ ਮਿਲਿਆ $100 ਮੇਰੇ ਕੋਲ ਮਹੀਨੇ ਦਾ ਲੈਂਦਾ ਕੈਸ਼, ਤੇ ਉਹ ਤੋਂ ਮੈਂ ਕਰਾ ਲੈਣਾ, ਕਰ ਜਾਂਦਾ 1 ਮਹੀਨੇ ਦਾ, ਠੀਕ ਹੈ। ਉਹਨੂੰ 1500 ਦੇਵਾਂ, ਇਹ 300 ਮੈਨੂੰ ਦਿੰਦੇ ਆ। ਚੋਰੀ ਮੈਂ ਝੂਠ ਬੋਲਾਂ ਤੇ ਬਿੱਲ ਸਾਡੇ ਗਲਤ ਬਣਾ ਕੇ ਭੇਜਾਂ ਕਿ ਹਾਂਜੀ ਮੈਂ ਇਹਨੂੰ ਇੰਨੇ ਦਿੱਤੇ ਆ। ਤੁਸੀਂ ਲੋਕਾਂ 'ਚ ਇਹ ਗਲਤ ਕੰਮ ਕਰ ਰਹੇ ਹੋ। ਸਾਡੇ ਜਿਹੜੇ ਸਿਟੀ ਕਾਉਂਸਲਰ ਹੈ ਇਹ ਵੀ ਰਾਈਟ ਨਹੀਂ ਦੱਸ ਰਹੇ ਕੀ ਆ ਕੀ ਨਾ, ਇਹ ਹੈਲਪ ਕਰਦੇ ਆ ਕਿ ਹਾਂਜੀ ਆਹ ਸਹੀ ਆ ਜਾਂ ਗਲਤ ਆ। ਹੁਣ ਤੇ ਏਡੇ ਏਡੇ ਢੇਰ ਲਾਏ ਜਾ ਰਹੇ ਆ। ਤੇ ਬੰਦਾ ਜਿਹੜਾ ਹੁਣ ਮੈਂ 75 years old ਆ, ਮੇਰੀ ਵਾਈਫ 70 ਆ, ਘਰ ਦਾ ਟੈਕਸ ਇੰਨਾ ਵਧਾਤਾ, 8000 ਤੋਂ ਉੱਤੇ ਟੈਕਸ ਵਧਾਤਾ। ਕੌਰਨ ਦਾ ਘਰ ਆ ਮੇਰਾ, ਤੇ ਇਹ ਹੁਣ ਭਾਈ ਸਾਹਿਬ ਕਹਿੰਦੇ ਜੀ ਵੇਚ ਕੇ ਤੁਸੀਂ ਉੱਥੇ ਚਲੇ ਜਾਓ। ਦੈਟਸ ਰੌਂਗ। ਚਲੋ ਜੀ, ਕੋਈ ਗੱਲ ਨਹੀਂ। ਅਸਲ 'ਚ ਇਹਨਾਂ ਨੂੰ ਹਜੇ ਤੱਕ ਮੇਰਾ ਖਿਆਲ ਜਾਂਦਾ ਤਾਜ਼ੇ ਆਏ ਹੋਏ ਆ, ਜਾਂ ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਇੱਥੇ ਸਿਸਟਮ ਕੀ ਆ। ਜੀ ਥੈਂਕ ਯੂ ਭਾਈ, ਤੁਹਾਡੇ ਵਿਚਾਰ ਆਉਂਦੇ ਆ। ਥੈਂਕ ਯੂ ਸਰ। ਤੁਹਾਡਾ ਜੌਲ ਸਾਹਿਬ ਦਾ ਬਹੁਤ ਬਹੁਤ ਸ਼ੁਕਰ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਥੈਂਕ ਯੂ। ਨਹੀਂ ਥੈਂਕ ਯੂ। ਦੇਖੋ ਕਿ ਪਰੇਸ਼ਾਨੀਆਂ ਸਾਡੇ ਸੀਨੀਅਰਸ ਨੂੰ ਬਿਲਕੁਲ ਹੋਣੀ ਨਹੀਂ ਚਾਹੀਦੀ। ਬਿਲਕੁਲ ਜੀਵਨ ਦੀ ਅਵਸਥਾ ਦੇ ਵਿੱਚ ਜਾ ਕੇ ਉਹ ਜਿਹੜੇ ਮਾਈਂਡ ਦੇ ਵਿੱਚ ਟੋਟਲੀ ਫ੍ਰੀ ਹੋਣੇ ਚਾਹੀਦੇ ਆਪਣੀ ਜ਼ਿੰਦਗੀ ਦੇ ਵਿੱਚ, ਹੈ ਨਾ ਜੀ। ਅਦਰਵਾਈਜ਼ ਫਿਰ ਆਪਣੀਆਂ ਹੈਲਥ ਦੇ ਹੋਰ ਸਾਰੇ ਇਸ਼ੂਜ਼ ਹੁੰਦੇ ਆ, ਵੀ ਹੋਰ ਉਹਨਾਂ ਦੇ ਮਨ ਤੇ ਬਰਡਨ ਪਾਈ ਜਾਓ। ਬਾਕੀ ਦੂਸਰਾ ਜੀ ਵੀ ਹਰ ਇੱਕ ਦੇ ਕਿਸੇ ਦੇ ਰਾਈਟਸ ਐਂਡ ਫਰੀਡਮਸ ਦੇ ਵਿੱਚ ਤੁਸੀਂ ਐਂਟਰ ਨਹੀਂ ਕਰ ਸਕਦੇ। ਅਗਲੇ ਦੀ ਮੁਸ਼ਕਲ ਰਿਜ਼ੋਲਵ ਕਰਨ ਦੀ ਬਜਾਏ ਉਹਨੂੰ ਕਹੋ ਵੀ ਤੂੰ ਹੁਣ ਉੱਧਰ ਨੂੰ ਚੱਲ ਜਾ, ਤੂੰ ਹੁਣ ਆਪਣੇ ਏਦਾਂ ਕਰ ਲਾ। ਨਹੀਂ, ਉਹ ਜੇ ਕਰ ਸਕਦਾ ਹੁੰਦਾ ਤੇ ਏਦਾਂ ਕਰ ਹੀ ਲੈਂਦਾ, ਹੈ ਨਾ। ਉਹ ਜੇ ਉਹਦੇ ਵੱਸ ਦੀ ਗੱਲ ਹੁੰਦੀ ਤੇ ਉਹਦਾ ਇੰਨਾ ਕਿ ਤੇ ਆਪਣਾ ਵੀ ਦਿਮਾਗ ਚੱਲਦਾ ਹੀ ਹੋਊਗਾ ਨਾ। ਬਿਲਕੁਲ ਬਿਲਕੁਲ ਜੋ ਸਾਹਿਬ ਕਰ ਰਿਹਾ ਉਹ, ਲੇਕਿਨ ਕਿ ਵੀ ਅਸੀਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਵਿੱਚ ਸਹਾਈ ਹੋਣਾ ਹੈ, ਨਾ ਕਿ ਕਿਸੇ ਵਿਅਕਤੀ ਨੂੰ ਇੰਟੀਮੀਡੇਟ ਕਰਨਾ ਜੀ। ਜੌਲ ਸਾਹਿਬ, ਐਂਡਰੀਆ ਹੋਰਵਾਥ ਕਾਫੀ ਖੁਸ਼ ਨੇ ਜੀ। ਵਰਚੁਅਲ NDP ਕਨਵੈਨਸ਼ਨ ਹੋਈ ਜੀ, ਐਂਡ ਸੁਖ ਨਾਲ ਹਾਲੇ ਵੀ ਪਾਰਟੀ ਲੀਡ ਕਰਨਗੇ ਜੀ, ਐਂਡਰੀਆ ਹੋਰਵਾਥ। ਯੈਸ ਜੀ, ਵੀਕਐਂਡ ਤੇ ਨਾ ਪਾਰਟੀ ਦੀ ਕਨਵੈਨਸ਼ਨ ਸੀ। ਵੈਸੇ ਲਿਬਰਲ ਪਾਰਟੀ ਦੀ ਵੀ ਕਨਵੈਨਸ਼ਨ ਇਸੇ ਵੀਕਐਂਡ ਤੇ ਸੀਗੀ, ਓਨਟਾਰੀਓ ਚੈਪਟਰ ਦੀ, ਉਹਨਾਂ ਦੀ ਫੈਡਰਲ ਲੈਵਲ ਪਾਰਟੀ ਦੀ। ਪਰ ਇਹ ਪ੍ਰੋਵਿੰਸ਼ੀਅਲ ਜਿਹੜੀ NDP ਦੀ ਸੀਗੀ, ਜਾਣੀ ਇਹ ਅਹਿਮ ਇਸ ਕਰਕੇ ਵੀ ਸੀ ਕਿ ਇਲੈਕਸ਼ਨ ਹੁਣ 2 ਜੂਨ ਨੂੰ ਆਉਣੀ ਆ ਪ੍ਰੋਵਿੰਸ਼ੀਅਲ। ਉਹਦੇ ਵਿੱਚ ਪਾਰਟੀ ਨੂੰ ਲੀਡ ਕਰਨ ਵਾਲਾ ਲੀਡਰ ਵੀ ਐਂਡਰੀਆ ਹੋਰਵਾਥ, ਕਿਉਂਕਿ 2009 ਤੋਂ ਲੀਡਰ ਹੈਗੇ ਆ ਪਾਰਟੀ ਦੇ, ਤੇ ਉਹਨਾਂ ਨੂੰ ਜੀ ਇੱਕ ਤਰੀਕੇ ਨਾਲ ਦੁਬਾਰਾ ਫੇਰ ਮੈਂਡੇਟ ਮਿਲ ਗਿਆ, ਪਾਰਟੀ ਦਾ ਕਨਫਰਮ ਕਰ ਦਿੱਤਾ ਗਿਆ ਵੀ ਉਹ ਲੀਡ ਕਰਨਗੇ ਜੀ ਇਸ ਫੈਡਰਲ ਜਿਹੜੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਨੈਚੁਰਲੀ। ਤੇ ਦੂਸਰੇ ਪਾਸੇ ਇਹ ਆ ਜੀ ਵੀ ਆਪਾਂ ਦੇਖ ਰਹੇ ਹਾਂ ਕਿ ਪਾਰਟੀ ਨੂੰ ਆਪੋਜੀਸ਼ਨ ਇਸ ਵੇਲੇ ਜਿਹੜੀ ਓਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਹੈ, ਉਹ NDP ਨੂੰ ਲੀਡ ਕਰ ਰਹੇ ਨੇ ਆਲਰੇਡੀ। ਸੋ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਜਿਹੜੀ ਸਿਚੁਏਸ਼ਨ ਇਸ ਵੇਲੇ ਹੈ, ਆਪਾਂ ਦਾ ਇਹ ਕੌਂਸਲ ਦਾ ਰੀਸੈਂਟ ਜਿਹੜਾ ਸਰਵੇ ਵੀ ਸਾਂਝਾ ਕੀਤਾ ਸੀਗਾ, ਵੀ ਉਹਦੇ ਵਿੱਚ ਲੱਗ ਇਹ ਰਿਹਾ ਵੀ ਡਗਫੋਰਡ ਜਿਹੜੀ ਕੰਜ਼ਰਵੇਟਿਵ ਪਾਰਟੀ ਇੱਕ ਵਾਰ ਫੇਰ ਸਟਰੋਂਗ ਹੈ ਦੀ ਇਲੈਕਸ਼ਨ ਦੇ ਵਾਸਤੇ ਹਾਲ ਦੀ ਘੜੀ। ਤੇ NDP ਦੀ ਸਿਚੁਏਸ਼ਨ ਜਾਣੀ ਕਿ ਵੀ ਉਹ 2nd ਨੰਬਰ ਤੇ ਚੱਲ ਰਹੀ ਆ, ਕਾਫੀ ਵੱਡੇ ਫਰਕ ਦੇ ਨਾਲ ਲਿਬਰਲ ਪਾਰਟੀ ਦੇ ਨਾਲ ਹਾਲ ਦੀ ਘੜੀ। ਸੋ ਉਸ ਲਿਹਾਜ਼ ਨਾਲ ਜਿਹੜੀ NDP ਹਾਲ ਦੀ ਘੜੀ ਮਜ਼ਬੂਤ ਸਥਿਤੀ ਦੇ ਵਿੱਚ ਲੱਗਦੀ ਆ ਵੀ ਐਟਲੀਸਟ ਜਿਹੜੀ ਦੁਬਾਰਾ ਫਿਰ ਆਪੋਜੀਸ਼ਨ ਦੇ ਵਿੱਚ ਆ ਜਾਣਗੇ ਜੀ। NDP ਨੂੰ ਲੀਡ ਕਰਨਾ ਜਿਹੜੇ ਜੀ ਐਂਡਰੀਆ ਹੋਰਵਾਥ ਉਹ ਜਾਰੀ ਰੱਖਣਗੇ। ਥੋੜਾ ਜਿਹਾ ਡਾਊਨਟਾਊਨ ਵੱਲ ਗੇੜਾ ਮਾਰਦੇ ਫਿਰ ਆਪਾਂ ਵਾਈਂਡ ਅਪ ਕਰਦੇ ਜੀ। ਸਟੇਟ ਆਫ ਐਮਰਜੈਂਸੀ ਹੈਜ਼ ਬੀਨ ਇੰਪੋਜ਼ਡ ਬਾਈ ਦ ਸਿਟੀ ਆਫ ਮੇਅਰ, ਕਿਉਂਕਿ ਇਸ ਵੇਲੇ ਜੋ ਕਨਵੋਏ ਹੋ ਰਿਹਾ ਜੀ ਡਾਊਨਟਾਊਨ ਦੇ ਵਿੱਚ, ਰੈਲੀਆਂ ਹੋ ਰਹੀਆਂ ਨੇ ਐਂਡ ਥਾਂ ਥਾਂ ਤੇ ਜੈਮਸ ਲੱਗੇ ਹੋਏ ਨੇ, ਬਲੌਕੇਜ ਹੋ ਰਹੇ ਨੇ, ਐਂਡ ਸਟੇਟ ਆਫ ਐਮਰਜੈਂਸੀ ਇੰਪੋਜ਼ ਕੀਤੀ ਗਈ ਹੈ ਜੀ। ਯੈਸ ਅਰਸ਼, ਵੈਸੇ ਦੇਖਿਆ ਜਾਵੇ ਨਾ ਵੀ ਜਸਟਿਨ ਟਰੂਡੋ ਜਦੋਂ ਆਏ ਸੀ 2015 ਦੇ ਵਿੱਚ, ਨਵੀਂ ਸਰਕਾਰ ਬਣੀ, ਬੜੇ ਉਤਸ਼ਾਹ ਦੇ ਵਿੱਚ ਸੀਗੇ, ਤੇ ਉਹਨਾਂ ਨੇ ਇਸ ਦੇਸ਼ ਦੇ ਵਿੱਚ ਬਾਹਰੋਂ ਰੈਫਿਊਜੀ ਆਉਣ ਵਾਲੇ ਲੋਕਾਂ ਦੇ ਲਈ ਜਾਣੀ ਬੜਾ ਖੁੱਲ੍ਹਾ ਦਿਲ ਦਿਖਾਇਆ ਸੀ ਵੀ ਅਸੀਂ ਕਿਸੇ ਨੂੰ ਵੀ ਮੋੜਨਾ ਨਹੀਂ ਚਾਹੁੰਦੇ। ਉੱਦਾਂ ਹੀ ਵੀ ਤੂੰ ਅਮਰੀਕਾ ਤੋਂ ਵੀ ਜੇ ਆਏ ਆ ਤੇ ਉੱਥੋਂ ਬਾਰਡਰ ਤੋਂ ਮੋੜ ਦਈਏ, ਨਹੀਂ। ਰਾਈਟ।
ਅਸੀਂ ਉਹਨਾਂ ਦੀ ਗੱਲ ਸੁਣਨਾ ਚਾਹੁੰਦੇ, ਹਰ ਇੱਕ ਭੈਣ ਭਰਾ ਵੀ ਤੈਨੂੰ ਤਕਲੀਫ ਕੀ ਆ, ਫੇਰ ਦੱਸਾਂਗੇ। ਹੁਣ ਉਹ ਤਕਲੀਫ ਸੁਣਦਿਆਂ ਭਾਵੇਂ ਕਈ ਸਾਲ ਲੱਗ ਜਾਣ, ਪਰ ਸਾਰਿਆਂ ਨੂੰ ਰੱਖ ਨਹੀਂ ਲੈਂਦੇ। ਕਈਆਂ ਨੂੰ ਬਾਅਦ ਚ ਕਹਿੰਦੇ ਨਹੀਂ ਜੀ ਤੁਹਾਡਾ ਕੇਸ ਨਹੀਂ ਸਾਨੂੰ ਠੀਕ ਲੱਗਦਾ ਤੇ ਰਿਜੈਕਟ ਕੀਤਾ ਤੇ ਜਾਓ ਵਾਪਸ ਜੀ। ਏਦਾਂ ਹੀ ਆਪ ਜੇ ਅਸੀਂ ਬਾਹਰੋਂ ਆਉਣ ਵਾਲੇ ਸਾਰੇ ਲੋਕਾਂ ਦੀ ਗੱਲ ਸੁਣਨੀ ਚਾਹੁੰਦੇ ਆ ਤੇ ਸਾਡੇ ਆਪਣੇ ਦੇਸ਼ ਦੇ ਵਿੱਚੋਂ ਇਕੱਠੇ ਹੋ ਕੇ ਲੋਕ ਜੇ ਸਾਡੀ ਰਾਜਧਾਨੀ ਦੇ ਵਿੱਚ ਆਏ ਆ ਗੱਲ ਸੁਣਾਉਣ, ਤੇ ਉਹਨਾਂ ਨੂੰ ਅਸੀਂ ਕਹਿੰਦੇ ਵੀ ਤੁਹਾਡੀ ਅਸੀਂ ਸੁਣਨੀ ਨਹੀਂ ਹੈ ਨਾ। ਸੋ ਤੇ ਇਹ ਪ੍ਰਿੰਸੀਪਲ ਫਿਰ ਇਕੁਅਲੀ ਅਪਲਾਈ ਹੋਣਾ ਚਾਹੀਦਾ ਹਰ ਇੱਕ ਹਿਊਮਨ ਬੀਇੰਗ ਤੇ ਡੈਮੋਕ੍ਰੇਸੀ ਦੇ ਵਿੱਚ। ਤੇ ਜੇ ਕੋਈ ਤੁਹਾਨੂੰ ਗੱਲ ਸੁਣਾਉਣ ਆ ਰਹੇ ਆ, ਤੁਸੀਂ ਘੱਟੋ ਘੱਟ ਸੁਣੋ ਜ਼ਰੂਰ। ਕਰਦੇ ਤੋਂ ਜਿੱਦਾਂ ਹੁਣ ਹਰ ਰਿਫਿਊਜੀ ਨੂੰ ਰੱਖ ਨਹੀਂ ਲੈਂਦੇ ਤੇ ਸਾਰਿਆਂ ਦੀ ਮੰਨਣਾ ਜ਼ਰੂਰੀ ਨਹੀਂ, ਪਰ ਰਿਸਪੈਕਟ ਦੇਣਾ ਤੇ ਰਿਸਪੈਕਟ ਲੈਣਾ, ਗੱਲ ਸੁਣਨਾ ਤੇ ਜ਼ਰੂਰੀ ਸੀਗਾ। ਰਾਈਟ। ਉਸ ਗੱਲ ਤੋਂ ਹਾਲ ਦੀ ਘੜੀ ਜਿਹੜੀ ਪ੍ਰੈਜ਼ੀਡੈਂਟ ਟਰੂਡੋ ਆਕੀ ਨੇ, ਪਰ ਕੁੱਲ ਮਿਲਾ ਕੇ ਜਿਹੜੀ ਐਮਰਜੈਂਸੀ ਕੱਲ ਰਾਤੀ ਡਿਕਲੇਅਰ ਕੀਤੀ ਸੀਗੀ ਜਿਮ ਵਾਟਸਨ ਮੇਅਰ ਹੈਗੇ ਓਟਵਾ ਦੇ, ਉਹਦੇ ਨਾਲ ਫਿਰ ਸਿਟੀ ਨੂੰ ਜਿਹੜੇ ਕਿ ਐਡੀਸ਼ਨਲ ਰਿਸੋਰਸਿਸ ਪ੍ਰੋਵਿੰਸ ਤੋਂ ਤੇ ਫੈਡਰਲ ਗਵਰਨਮੈਂਟ ਤੋਂ ਕਹਿ ਲਓ ਵੀ ਪ੍ਰੋਕਿਓਰ ਕਰਨੇ ਸੌਖੇ ਹੋ ਜਾਣਗੇ ਜੀ। ਸਿਚੁਏਸ਼ਨ ਜਿਹੜੀ ਕਿ ਹੁਣ ਇਨਫੋਰਸਮੈਂਟ ਵਾਲੇ ਪਾਸੇ ਨੂੰ ਜ਼ਿਆਦਾ ਵੱਧ ਰਹੀ ਹੈ ਤੇ ਕੁੱਲ ਮਿਲਾ ਕੇ ਲੇਕਿਨ ਕਿ ਜਿਹੜਾ ਇਹ ਸਟੈਂਡ ਆਫ ਆ ਕਹਿ ਲਓ ਵੀ ਉਹਨਾਂ ਦਾ ਜਾਰੀ ਹੈ। ਜਿਹੜੀਆਂ ਉਹਨਾਂ ਨੇ ਕਿਚਨਸ ਵਗੈਰਾ ਆਰਜੀ ਤੌਰ ਤੇ ਬਣਾਈਆਂ ਸੀ, 2 ਸ਼ਾਇਦ ਡਿਸਮੈਂਟਲ ਕੀਤੀਆਂ ਸਿਟੀ ਨੇ ਜੀ 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 ਇਸ ਵੀਕਐਂਡ ਦੇ ਦੌਰਾਨ, ਪਰ ਫਿਰ ਵੀ ਇਹ ਜਿੱਥੇ ਕਾਫੀ ਸਾਰੇ ਚਾਰਜਸ ਲੱਗ ਰਹੇ ਆ, ਪਰ ਅਜੇ ਜਿਹੜਾ ਜੀ ਉਹ ਰੈਲੀ ਸ਼ੁਰੂ ਹੋਈ ਸੀ, ਅੱਜ 11ਵਾਂ ਦਿਨ ਹੈ, ਉਹ ਜਾਰੀ ਹੈ ਜੀ। ਜੌਲ ਸਾਹਿਬ ਟਾਈਮ ਆਗਿਆ ਨਹੀਂ ਦੇ ਰਿਹਾ, ਪਰੰਤੂ ਤੁਹਾਡਾ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਜੌਲ ਸਾਹਿਬ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਭਾਵ ਉਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਤੁਸੀਂ ਕੋਈ ਵੀ ਤੁਹਾਨੂੰ ਪ੍ਰੋਬਲਮ ਤੁਸੀਂ ਫੇਸ ਹੋ ਰਹੇ ਕਰ ਰਹੇ ਹੋ ਜੀ, ਵਿਦ ਪ੍ਰੂਫ ਪੇਸ਼ ਕਰ ਸਕਦੇ ਹੋ ਜੌਲ ਸਾਹਿਬ ਦੇ ਨਾਲ। 4168953784 4168953784 ਤੁਸੀਂ ਜੌਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਜੀ ਥੈਂਕ ਯੂ ਮਿਹਰਬਾਨੀ। ਥੈਂਕ ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।